ਕੀ ਅਪਡੇਟ ਹੈ ਇਸ ਕੇਸ ਦੀ ਹੁਣ ਲੇਟੈਸਟ? ਬੇਸਿਕਲੀ ਹੁਣ ਜਿਹੜੇ ਰਿਮਾਂਡ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਉਹ ਉਹਨਾਂ ਨੇ ਲਾਸਟ ਟਾਈਮ ਦੇ ਵਿੱਚ ਜਦੋਂ ਰਿਮਾਂਡ ਦਿੱਤਾ ਸੀਗਾ ਤੇ ਉਸ ਟਾਈਮ ਦੇ ਵਿੱਚ ਇਹ ਕਹਿ ਕੇ ਲਿੱਤਾ ਸੀ ਜੀ ਇਹਨਾਂ ਦੇ ਪਾਕਿਸਤਾਨ ਦੇ ਨਾਲ ਜਾਂ ਬਾਰਡਰ ਦੇ ਉੱਤੇ ਇਹਨਾਂ ਨੇ ਹਥਿਆਰ ਜਿਹੜੇ ਛੁਪਾਏ ਹੋਏ ਨੇ ਅਸੀਂ ਉਹ ਉਹਨਾਂ ਤੋਂ ਰਿਕਵਰ ਕਰਨੇ ਨੇ। ਬਟ ਇਹਨਾਂ ਨੂੰ 5 ਦਿਨ ਦੇ ਇਸ ਰਿਮਾਂਡ ਦੇ ਵਿੱਚ ਕਿਤੇ ਵੀ ਲੈ ਕੇ ਨਹੀਂ ਜਾਇਆ ਗਿਆ। ਕੋਈ ਅੱਜ ਤੱਕ ਇਹੋ ਜਿਹਾ ਕੁਝ ਵੀ ਇਹਨਾਂ ਨੇ ਨਹੀਂ ਕੀਤਾ। 5 ਦਿਨ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੈਗਾ, ਜੋ ਚੀਜ਼ਾਂ ਇਹਨਾਂ ਨੇ ਘਰੇ ਜਾ ਕੇ ਖੁਦ ਤਲਾਸ਼ੀ ਲੈ ਕੇ ਆਏ ਨੇ, ਹਰੇਕ ਚੀਜ਼ ਉੱਥੋਂ ਰਿਕਵਰ ਕਰਕੇ ਲੈ ਕੇ ਆਏ ਨੇ, ਠੀਕ ਹੈ। ਉਸ ਦੇ ਬਾਵਜੂਦ ਇਹਨਾਂ ਨੂੰ 5 ਦਿਨ ਦੇ ਵਿੱਚ ਸਿਰਫ ਇਹ ਮੈਸੇजेस ਹੀ ਨਿਕਲੇ ਨੇ। ਅਗਰ ਇਹ ਚਾਹਣ ਤਾਂ ਕੀ ਨਹੀਂ ਕਰ ਸਕਦੇ, 5 ਦਿਨ ਦੇ ਵਿੱਚ ਸਾਰਾ ਡਾਟਾ ਨਿਕਲ ਸਕਦਾ ਸੀਗਾ। 3 ਤੋਂ 6 ਜੂਨ ਜਦੋਂ ਸਾਡੇ ਸ਼ਹੀਦੀ ਸਾਕੇ ਦੇ ਦਿਨ ਚੱਲਦੇ ਹੁੰਦੇ ਨੇ ਉਸ ਟਾਈਮ ਦੇ ਵਿੱਚ ਇੱਕ ਪੋਸਟਰ ਲੱਗਿਆ ਸੀ ਰਾਜਪੁਰਾ ਦੇ ਵਿੱਚ ਤੇ ਉਹ ਪੋਸਟਰ ਦੇ ਆਈ ਥਿੰਕ ਟਾਈਟਲ ਸੀਗਾ ਆਤੰਕਵਾਦ ਦਾ ਖਾਤਮਾ, ਸਮਥਿੰਗ ਇੱਦਾਂ ਦਾ ਟਾਈਟਲ ਸੀ। ਉਸ ਨੂੰ ਇਹਨਾਂ ਨੇ ਆਧਾਰ ਬਣਾਇਆ। ਉਸ ਦੇ ਵਿੱਚ ਬਰਜਿੰਦਰ ਸਿੰਘ ਪਰਵਾਨਾ ਜੀ ਨੇ ਕਿਹਾ ਸੀਗਾ ਵੀ ਇਹ ਸਾਡੀਆਂ ਬਿਲਕੁਲ ਦੇਖੋ ਆਪਾਂ ਸਿੱਖ ਧਰਮ ਨੂੰ ਫੋਲੋ ਕਰਦੇ ਹਾਂ ਤਾਂ ਨੈਚੁਰਲ ਜੀ ਗੱਲ ਹੈ ਕਿ ਕੋਈ ਅਗਰ ਜਿਹਨੂੰ ਆਪਾਂ ਫੋਲੋ ਕਰਦੇ ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੈ ਨਾ, ਹਰੇਕ ਦੀ ਇੱਕ ਆਪਣੀ ਭਾਵਨਾਵਾਂ ਹੁੰਦੀਆਂ ਨੇ ਤੇ ਉਸ ਦੇ ਉੱਤੇ ਆਪਾਂ ਕਿਸੇ ਨੂੰ ਰੋਕ ਨਹੀਂ ਲਗਾ ਸਕਦੇ ਕਿ ਕੋਈ ਕਿਸੇ ਨੂੰ ਕਿੱਦਾਂ ਪ੍ਰੈਜ਼ੈਂਟ ਕਰਦਾ ਜਾਂ ਕੀ ਫੀਲ ਕਰਦਾ ਕਿਸੇ ਬਾਰੇ। ਹੁਣ ਅਗਰ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਜੇ ਅਗਰ ਉਹਨਾਂ ਬਾਰੇ ਕੋਈ ਬੁਰਾ ਬੋਲੇਗਾ, ਠੀਕ ਹੈ, ਹੁਣ ਸਾਡੇ ਘਰ ਦੇ ਬਾਹਰ ਅਗਰ ਕੋਈ ਆ ਕੇ ਪੋਸਟਰ ਲਾ ਜੇ ਇਹ ਸਾਡੇ ਬਰਦਾਸ਼ਤ ਤੋਂ ਬਿਲਕੁਲ ਬਾਹਰ ਜਾਏਗੀ ਕਿਉਂਕਿ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ। ਤੇ ਉਸ ਚੀਜ਼ ਨੂੰ ਲੈ ਕੇ ਜਦੋਂ ਉਹ ਪੋਸਟਰ ਲੱਗਿਆ ਤੇ ਉਹਨਾਂ ਨੇ ਪੋਸਟ ਪਾਈ ਸੀ ਵੀ ਇਹ ਜਿੰਨੇ ਵੀ ਪੋਸਟਰ ਲਗਾਇਆ ਹੈ, ਠੀਕ ਹੈ, ਇਹ ਬਿਲਕੁਲ ਸਰਾਸਰ ਗਲਤ ਹੈ ਵੀ ਮੈਂ ਬੈਠਾ ਉਸ ਲਈ, ਠੀਕ ਹੈ। ਤੇ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਆਧਾਰ ਬਣਾਇਆ ਕਿ ਉਹ ਦੋ ਭਾਵਨਾਵਾਂ ਨੂੰ ਭੜਕਾ ਰਹੇ ਨੇ, ਦੋ ਫਿਰਕਿਆਂ ਦੇ ਵਿੱਚ ਦੰਗਾ ਫਸਾਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹ ਸ਼ਿਵ ਸੈਨਾ ਵਾਲਿਆਂ ਦਾ ਪੋਸਟਰ ਸੀਗਾ। ਇਮੋਸ਼ਨਲ ਟਾਈਪ ਦੇ ਪਰਸਨ ਨੇ ਕਿ ਕਿਸੇ ਦਾ ਦੁੱਖ ਦਰਦ ਜਿਹੜਾ ਵਾ ਉਹ ਨਹੀਂ ਦੇਖਿਆ ਜਾਣਾ ਤੇ ਉਹਦੀ ਮਦਦ ਕਰਨੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਹੀ ਮਾਮਲਾ ਗਿਆ ਹੋਏਗਾ ਕਿ ਉਹਨਾਂ ਦੇ ਵੱਲੋਂ ਕੋਈ ਜਿਹੜੇ ਆਗੂ ਨੇ ਸਾਹਮਣੇ ਆਏ ਨੇ ਐਸਜੀਪੀਸੀ ਵੱਲੋਂ? ਇਹ ਦੇਖੋ ਤੇ ਉਹਨਾਂ ਦਾ ਤੱਕ ਉਹਨਾਂ ਨੇ ਤੇ ਇਹ ਮਾਮਲਾ ਕਿ ਉਹਨਾਂ ਕਦੇ ਵੀ ਕਿਸੇ ਦੇ ਹੱਕ 'ਚ ਬੋਲੇ ਨਹੀਂ ਗਏ। ਕਰੋੜਾਂ ਅਰਬਾਂ ਖਰਬਾਂ ਰੁਪਇਆਂ ਦੀ ਮਾਲਕ ਐਸਜੀਪੀਸੀ ਔਰ ਜਿਨ੍ਹਾਂ ਕੋ ਅਜੇ ਤੱਕ ਲੋਕਾਂ ਦੇ ਇਲਾਜ ਨਹੀਂ ਕਰਵਾ ਪਾ ਰਹੇ, ਬੱਚਿਆਂ ਨੂੰ ਵਿੱਦਿਆ ਨਹੀਂ ਦੇ ਪਾ ਰਹੇ, ਉਹਨਾਂ ਇੱਥੋਂ ਤੱਕ ਉਹਨਾਂ ਤੇ ਕੋਈ ਸਾਡੀ ਆਸ ਨਹੀਂ ਹੈਗੀ ਐਸਜੀਪੀਸੀ ਤੇ। ਇਹਨਾਂ ਧਾਰਾਵਾਂ ਦੇ ਤਹਿਤ ਜ਼ਮਾਨਤ ਦਾ ਰਸਤਾ ਕਿੰਨਾ ਕੁ ਆਸਾਨ ਹੈ, ਕਿੰਨੀ ਕੁ ਸੌਖੀ ਮਿਲ ਜਾਂਦੀ ਹੈ ਜ਼ਮਾਨਤ ਜਾਂ ਕਿੰਨਾ ਕੁ ਜਿਹੜਾ ਹੈ ਗੁੰਝਲਦਾਰ ਪ੍ਰਕਿਰਿਆ ਜ਼ਮਾਨਤ? ਨਹੀਂ, ਜ਼ਮਾਨਤ ਹੈ ਜਿਹੜੀ ਉਹ ਸੌਖੀ ਪ੍ਰਕਿਰਿਆ ਹੀ ਬਿਲਕੁਲ ਜਦ ਤੱਕ ਇਹ ਬੇਲੇਬਲ ਅਫੈਂਸਿਸ ਲੱਗੇ ਨੇ। ਅੱਜ ਜਿਹੜੀ ਐਡੀਸ਼ਨ ਦੀ ਗੱਲ ਕੀਤੀ ਉਹ ਵੀ ਕੋਈ ਜਿਹੜੇ ਧਾਰਾ ਜਿਹੜੀ ਅੱਜ ਐਡੀਸ਼ਨ ਕੀਤੀ ਗਈ ਉਹ ਵੀ ਕੁਝ ਜ਼ਿਆਦਾ ਖਤਰਨਾਕ ਧਾਰਾ ਨਹੀਂ ਸੀਗੀਆਂ। ਯੂਏਪੀ ਵਾਲੀ ਐਕਟ ਵਾਲੀ ਅੱਜ ਕੋਈ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਉੱਥੇ ਪਿਸਟਲ ਦੀ ਰਿਕਵਰੀ ਹੋ ਗਈ, ਲੌਗ ਬੁੱਕਸ ਦੀ ਹੋ ਗਈ ਹੈ, ਚੈੱਕ ਬੁੱਕਸ ਦੀ ਹੋ ਗਈ, ATM ਇਹਨਾਂ ਦੇ ਘਰੋਂ ਰਿਕਵਰ ਕੀਤੇ ਗਏ ਨੇ, ਜਿਹੜੀਆਂ ਗੱਡੀਆਂ ਸੀ ਉਹ ਵੀ ਇਹਨਾਂ ਦੇ ਘਰੋਂ ਜਾ ਕੇ ਜਿਹੜਾ ਇਨਸੀਡੈਂਟ ਨਰੇਟ ਕਰਦੇ ਨੇ, ਜਿਹੜਾ ਕੇਸ ਬਣਾਇਆ ਗਿਆ ਉਹ ਪਿਛਲੀ 6 ਜੂਨ ਦੀ ਗੱਲ ਕਰਦੇ ਨੇ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਸਿੱਖ ਪ੍ਰਚਾਰਕ ਤੇ ਸੋਸ਼ਲ ਵਰਕਰ ਬਰਜਿੰਦਰ ਸਿੰਘ ਪਰਵਾਨਾ ਦੀ ਗ੍ਰਿਫਤਾਰੀ ਹੁੰਦੀ ਹੈ। ਇੱਕ ਕੰਪਲੇਂਟ ਉਹਨਾਂ ਤੇ ਦਾਇਰ ਕੀਤੀ ਜਾਂਦੀ ਹੈ ਕਿ ਭਾਵਨਾਵਾਂ, ਫਿਰਕੂ ਪ੍ਰਸਤੀ ਦੀਆਂ ਭਾਵਨਾਵਾਂ ਜਿਹੜੀਆਂ ਨੇ ਪੈਦਾ ਕਰ ਰਹੇ ਨੇ, ਧਰਮ ਦੇ ਨਾਮ ਤੇ ਜਿਹੜੀਆਂ ਭਾਵਨਾਵਾਂ ਨੇ ਉਹ ਭੜਕਾ ਰਹੇ ਨੇ ਔਰ ਰਿਮਾਂਡ ਤੇ ਲਿਆ ਜਾਂਦਾ ਹੈ। ਗ੍ਰਿਫਤਾਰੀ ਤੋਂ ਬਾਅਦ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਪਰਵਾਨਾ ਦੇ ਹੱਕ ਵਿੱਚ ਆਉਂਦੀਆਂ ਨੇ ਔਰ ਖਰੜ ਦੀ ਕੋਰਟ ਕੰਪਲੈਕਸ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਔਰ ਅੱਗੇ ਜਿਹੜਾ ਰਿਮਾਂਡ ਹੈ ਹੋਰ ਉਸ ਰਿਮਾਂਡ ਦੇ ਵਿੱਚ ਵਾਧਾ ਜਿਹੜਾ ਹੋਇਆ। ਉਹਨਾਂ ਦੇ ਵਕੀਲ ਭਵਨੀਤ ਕੌਰ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਡਮ, ਕੀ ਅਪਡੇਟ ਹੈ ਇਸ ਕੇਸ ਦੀ ਹੁਣ ਲੇਟੈਸਟ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸਲ ਦੇ ਵਿੱਚ ਜਿਹੜਾ ਇਸ ਕੇਸ ਦੇ ਵਿੱਚ 1 ਦਿਨ ਦਾ ਰਿਮਾਂਡ ਪੁਲਿਸ ਨੇ 16 ਤਰੀਕ ਤੱਕ ਦਾ ਰਿਮਾਂਡ ਦਿੱਤਾ ਹੋਇਆ ਤੇ ਦਵਿੰਦਰ ਸਿੰਘ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ। ਜਿਹੜੇ ਐਕਚੁਅਲੀ ਅੰਡਰ ਸੈਕਸ਼ਨ ਨੇ ਉਹਨਾਂ ਵਿੱਚ 2 ਧਾਰਾਵਾਂ ਦਾ ਵਾਧਾ ਕੀਤਾ ਗਿਆ, ਜਿਹੜੀ ਧਾਰਾ 336 ਹੈ ਤੇ 25(1)(b ਤੇ ਐਕਚੁਅਲੀ ਇਹ ਧਾਰਾਵਾਂ ਬਣਦੀਆਂ ਤਾਂ ਹੈ ਨਹੀਂ ਕਿਉਂਕਿ ਜਿਹੜਾ ਐਮੂਨੀਸ਼ਨ ਹੈਗਾ ਉਹਦੇ ਵਿੱਚ ਇੱਦਾਂ ਹੈ ਕਿ ਆਲਰੇਡੀ ਰਿਕਵਰ ਚੀਜ਼ਾਂ ਨੇ ਸਾਰੀਆਂ ਤੇ ਸੈਕੰਡਲੀ ਜਿਹੜੇ ਲਾਇਸੈਂਸਡ ਵੈਪਨਸ ਨੇ ਤੇ ਜਦੋਂ ਲਾਇਸੈਂਸਡ ਵੈਪਨਸ ਨੇ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਉੱਡਦਾ ਨਹੀਂ ਹੈਗਾ। ਬੇਸਿਕਲੀ ਹੁਣ ਜਿਹੜੇ ਰਿਮਾਂਡ ਦੇ ਵਿੱਚ ਵਾਧਾ ਕੀਤਾ ਗਿਆ ਹੈ ਉਹ ਉਹਨਾਂ ਨੇ ਲਾਸਟ ਟਾਈਮ ਦੇ ਵਿੱਚ ਜਦੋਂ ਰਿਮਾਂਡ ਦਿੱਤਾ ਸੀਗਾ ਤੇ ਉਸ ਟਾਈਮ ਦੇ ਵਿੱਚ ਇਹ ਕਹਿ ਕੇ ਲਿੱਤਾ ਸੀ ਜੀ ਇਹਨਾਂ ਦੇ ਪਾਕਿਸਤਾਨ ਦੇ ਨਾਲ ਜਾਂ ਬਾਰਡਰ ਦੇ ਉੱਤੇ ਇਹਨਾਂ ਨੇ ਹਥਿਆਰ ਜਿਹੜੇ ਛੁਪਾਏ ਹੋਏ ਨੇ ਅਸੀਂ ਉਹ ਉਹਨਾਂ ਤੋਂ ਰਿਕਵਰ ਕਰਨੇ ਨੇ। ਬਟ ਇਹਨਾਂ ਨੂੰ 5 ਦਿਨ ਦੇ ਇਸ ਰਿਮਾਂਡ ਦੇ ਵਿੱਚ ਕਿਤੇ ਵੀ ਲੈ ਕੇ ਨਹੀਂ ਜਾਇਆ ਗਿਆ ਤੇ ਜੋ ਮਤਲਬ ਇਹਨਾਂ ਨੇ ਐਲੀਗੇਸ਼ਨਸ ਲਗਾ ਕੇ ਰਿਮਾਂਡ ਲਿੱਤਾ ਸੀ ਉਹ ਵਿਦ ਪ੍ਰੂਫ ਅਸੀਂ ਪੇਸ਼ ਵੀ ਕਰ ਦਿੱਤੇ ਗਏ ਨੇ। ਜਿਹੜੇ ਕਿਹਾ ਸੀ ਇਹ ਲਾਇਸੈਂਸਡ ਵੈਪਨਸ ਨਹੀਂ ਹੈਗੇ, ਜਾਲੀ ਨੇ, ਤੇ ਉਹ ਅਸੀਂ ਲਾਇਸੈਂਸਡ ਵੈਪਨ ਇਹਨਾਂ ਦੇ ਸਾਹਮਣੇ
ਕਰ ਵੀ ਦਿੱਤੇ ਨੇ ਕਿ ਇਹ ਲਾਇਸੈਂਸਡ ਨੇ, ਸੋ ਇਸ ਚੀਜ਼ ਨੂੰ ਲੈ ਕੇ ਬਣਦਾ ਨਹੀਂ। ਇਹਨਾਂ ਨੇ ਕਿਹਾ ਫੋਰਨ ਫੰਡਿੰਗ ਹੈ, ਐਕਚੁਅਲੀ ਉਹ ਇੱਕ ਰਿਲੀਜੀਅਸ ਇੰਸਟੀਟਿਊਸ਼ਨ ਰਨ ਕਰ ਰਹੇ ਨੇ। ਤੇ ਤੁਸੀਂ ਦੇਖਿਆ ਹੋਵੇਗਾ ਕੌਣ ਬਣੇਗਾ ਪਿਆਰੇ ਦਾ ਪਿਆਰਾ 4-5 ਸਾਲ ਤੋਂ ਇੱਕ ਇਵੈਂਟ ਚੱਲ ਰਿਹਾ, ਉਹਦੇ ਵਿੱਚ ਵੱਡੇ ਕਾਰਾਂ ਤੱਕ ਦੇ ਇਨਾਮ ਨੇ। ਹੁਣ ਉਹ ਬਾਹਰੋਂ ਸੰਗਤ ਹੈ ਜਿਹੜੀ ਪੈਸਾ, ਜਿਹੜੇ ਨਾਲ ਦੇ ਲੋਕ ਜੁੜੇ ਹੋਏ ਨੇ, ਨਾਰਮਲ ਆਪਾਂ ਵੀ ਪਬਲਿਕ ਦੇ ਵਿੱਚ ਦੇਖਦੇ ਹਾਂ ਵੀ ਆਪਾਂ ਕਿਸੇ ਇੰਸਟੀਟਿਊਸ਼ਨ ਦੇ ਨਾਲ ਜੁੜ ਜਾਂਦੇ ਹਾਂ ਜਾਂ ਕਿਸੇ ਸੰਸਥਾ ਦੇ ਨਾਲ ਜੁੜ ਜਾਂਦੇ ਹਾਂ ਜਿੱਥੇ ਇਹੋ ਜਿਹੇ ਕੰਮ ਚੱਲਦੇ ਨੇ, ਤੇ ਉਹ ਉੱਥੋਂ ਪੈਸਾ ਆ ਰਿਹਾ ਹੈ, ਉਹ ਉਹਨਾਂ ਚੀਜ਼ਾਂ ਦੇ ਵਿੱਚ ਜਾ ਰਿਹਾ, ਉਹਦਾ ਬਕਾਇਦਾ ਰਿਕਾਰਡ ਹੈਗਾ, ਸਾਰਾ ਕੁਝ ਔਨ ਰਿਕਾਰਡ ਪਲੇਸ ਔਨ ਕੀਤਾ ਹੋਇਆ। ਉਸ ਦੇ ਬਾਵਜੂਦ ਵੀ ਹੁਣ ਅਗਰ ਇਹਨਾਂ ਨੇ ਕਿਹਾ ਵੀ ਅਸੀਂ ਪਾਕਿਸਤਾਨ ਤੋਂ ਜੀ ਉਹ ਰਾਜਸਥਾਨ ਬਾਰਡਰ ਲੈ ਕੇ ਜਾਣਾ ਸੀ, CIA ਸਟਾਫ 5 ਦਿਨ ਦੇ ਨੇ, ਕੋਈ ਉਹਨਾਂ ਨੂੰ ਕਿਤੇ ਵੀ ਲੈ ਕੇ ਨਹੀਂ ਜਾਇਆ ਗਿਆ, ਈਵਨ ਖਰੜ ਤੋਂ ਬਾਹਰ ਵੀ ਨਹੀਂ ਲੈ ਕੇ ਜਾਇਆ ਗਿਆ। ਅੱਜ ਵੀ ਇਹੀ ਕਹਿ ਕੇ ਰਿਮਾਂਡ ਮੰਗਿਆ ਗਿਆ ਕਿ ਸਾਨੂੰ 5 ਦਿਨ ਦਾ ਰਿਮਾਂਡ ਹੋਰ ਚਾਹੀਦਾ ਹੈ ਕਿਉਂਕਿ ਅਸੀਂ ਇਹਨਾਂ ਨੂੰ ਕਿਤੇ ਹੋਰ ਲੈ ਕੇ ਜਾਣਾ ਹੈ। ਜਿਹੜੇ ਇਹਨਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਡਿਵੈਲਪ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਪਾਕਿਸਤਾਨ ਦੇ ਨਾਲ ਕਾਲਸ ਨੇ, ਉੱਥੋਂ ਜਿਹੜੇ ਮੈਸੇजेस ਨੇ ਉਹ ਮੈਸੇजेस ਡਿਲੀਟਡ ਨੇ ਤੇ ਅਸੀਂ ਉਹਨਾਂ ਤੋਂ ਉਹ ਰਿਕਵਰ ਕਰਵਾਉਣੇ ਨੇ। ਤੇ IT ਸੈੱਲ ਦਾ ਕੰਮ ਹੈਗਾ। ਦੇਖੋ ਗੱਲ ਤਾਂ ਇਹ ਹੈ ਕਿ ਇਨਫੋਰਮੇਸ਼ਨ ਟੈਕਨੋਲੋਜੀ, ਠੀਕ ਹੈ, ਅਗਰ ਆਪਾਂ ਦੇਖਿਆ ਜਾਏ ਉਹਨਾਂ ਧਾਰਾਵਾਂ ਦੇ ਵਿੱਚ ਕੁਝ ਨਹੀਂ ਹੈ, ਕੋਈ ਅੱਜ ਤੱਕ ਇਹੋ ਜਿਹਾ ਕੁਝ ਵੀ ਇਹਨਾਂ ਨੇ ਨਹੀਂ ਕੀਤਾ। 5 ਦਿਨ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੈਗਾ, ਜੋ ਚੀਜ਼ਾਂ ਇਹਨਾਂ ਨੇ ਘਰੇ ਜਾ ਕੇ ਖੁਦ ਤਲਾਸ਼ੀ ਲੈ ਕੇ ਆਏ ਨੇ, ਹਰੇਕ ਚੀਜ਼ ਉੱਥੋਂ ਰਿਕਵਰ ਕਰਕੇ ਲੈ ਕੇ ਆਏ ਨੇ, ਠੀਕ ਹੈ। ਉਸ ਦੇ ਬਾਵਜੂਦ ਇਹਨਾਂ ਨੂੰ 5 ਦਿਨ ਦੇ ਵਿੱਚ ਸਿਰਫ ਇਹ ਮੈਸੇजेस ਹੀ ਨਿਕਲੇ ਨੇ। ਅਗਰ ਇਹ ਚਾਹਣ ਤਾਂ ਕੀ ਨਹੀਂ ਕਰ ਸਕਦੇ, 5 ਦਿਨ ਦੇ ਵਿੱਚ ਸਾਰਾ ਡਾਟਾ ਨਿਕਲ ਸਕਦਾ ਸੀਗਾ। ਮੈਂ ਜਾਣਨਾ ਚਾਹਾਂਗੀ ਕਿ ਸੁਣਨ ਚ ਆ ਰਿਹਾ ਕਿ UAPA ਐਕਟ ਜਿਹੜਾ ਹੈ ਉਹਨਾਂ ਤੇ ਲਗਾਇਆ ਜਾ ਸਕਦਾ ਹੈ, ਕੀ ਲਗਾਇਆ ਗਿਆ ਹੈ ਜਾਂ ਲਗਾਇਆ ਜਾ ਰਿਹਾ ਹੈ? ਨਹੀਂ, ਹਲੇ ਤੱਕ ਤਾਂ ਇਹ ਜੀ ਕੋਈ ਮਤਲਬ ਨਹੀਂ ਹੈ, ਬਟ ਇਹ ਹੈ ਕਿ ਜਿਸ ਚੀਜ਼ ਨੂੰ ਲੈ ਕੇ ਉਹਨਾਂ ਨੇ ਰਿਮਾਂਡ ਲਿੱਤਾ ਸੀਗਾ, ਜਦੋਂ ਉਹਨਾਂ ਨੇ ਪਾਕਿਸਤਾਨ ਬਾਰਡਰ ਜਾਂ ਰਾਜਸਥਾਨ ਬਾਰਡਰ ਦੀ ਗੱਲ ਕੀਤੀ ਹੈ, ਤੇ ਆਪਾਂ ਇਹ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹਥਿਆਰ ਛੁਪਾ ਕੇ ਰੱਖੇ ਹੋਏ ਨੇ, ਤਾਂ ਇਹਦੇ ਤੋਂ ਸਾਫ਼ ਉਹਨਾਂ ਦੀ ਮਨਸ਼ਾ ਪਤਾ ਲੱਗਦੀ ਹੈ ਕਿਉਂਕਿ FIR ਦੇ ਵਿੱਚ ਇਹੋ ਜਿਹੇ ਕੰਟੈਂਟ ਨਹੀਂ ਨੇ, ਲੇਕਿਨ ਉਹਨਾਂ ਨੇ ਜੋ ਬਹਿਸ ਕੀਤੀ ਹੈ ਉਸ ਦੇ ਕੰਟੈਂਟ ਬਿਲਕੁਲ ਡਿਫਰੈਂਟ ਨੇ। ਤੇ ਉਸ ਚੀਜ਼ ਨੂੰ ਆਪਾਂ ਲੈ ਕੇ ਜਾ ਸਕਦੇ ਹਾਂ ਵੀ ਜੇ ਉਹਨਾਂ ਨੇ ਬਾਰਡਰ ਦਾ ਨਾਮ ਲਿੱਤਾ ਹੈ ਤੇ ਇਹ ਲਿੱਤਾ ਹੈ, ਤੇ ਹੋ ਸਕਦਾ ਕਿ ਆਪਾਂ ਲਗਾਉਣ ਦੀ ਕੋਸ਼ਿਸ਼ ਹੋਵੇ। ਪਹਿਲਾਂ ਕਿੰਨੇ ਦਿਨ ਦਾ ਰਿਮਾਂਡ ਹੋਇਆ ਔਰ ਰਿਮਾਂਡ ਦੇ ਵਿੱਚ ਕਿਸ ਤਰੀਕੇ ਦਾ ਵਤੀਰਾ ਜਿਹੜਾ ਹੈ, ਖਾਸ ਤੌਰ ਤੇ ਇੰਟਰੋਗੇਸ਼ਨ ਮੈਂ ਜਾਣਨਾ ਚਾਹਾਂਗੀ ਕਿ ਕੀਤੀ ਗਈ ਹੈ? ਹਾਂਜੀ, ਪਹਿਲਾਂ 5 ਦਿਨ ਦਾ ਰਿਮਾਂਡ ਹੋਇਆ ਸੀਗਾ ਤੇ ਇੰਟਰੋਗੇਸ਼ਨ ਵੀ CIA ਸਟਾਫ ਖਰੜ ਨੇ ਕੀਤੀ ਸੀਗੀ। ਤੇ ਉਸ ਟਾਈਮ ਦਾ ਜਿਹੜਾ ਵਤੀਰਾ, ਦੇਖੋ ਆਪਾਂ ਬਾਹਰ ਬੈਠ ਕੇ ਕੁਝ ਨਹੀਂ ਕਹਿ ਸਕਦੇ ਕਿ ਕਿੱਦਾਂ ਦਾ ਵਤੀਰਾ ਹੋਇਆ, ਹੈ ਨਾ। ਮੈਂ ਖੁਦ ਪਰਸਨਲੀ ਮੀਟ ਵੀ ਕਰਕੇ ਆਈ ਸੀ ਉਹਨਾਂ ਨੂੰ, ਤੇ ਅੱਜ ਸਵੇਰੇ ਵੀ ਮਾਰਨਿੰਗ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਹੈ, ਤੇ ਮਤਲਬ ਪੇਸ਼ ਤਾਂ ਉਹਨਾਂ ਨੂੰ ਬਹੁਤ ਹਰੀ ਦੇ ਵਿੱਚ ਕੀਤਾ ਗਿਆ, ਈਵਨ ਉੱਥੇ ਕੋਈ ਵੀ ਨਹੀਂ ਸੀਗਾ, ਕੋਈ ਸਾਡਾ ਐਡਵੋਕੇਟ ਵੀ ਉੱਥੇ ਨਹੀਂ ਸੀ, ਠੀਕ ਹੈ। ਜਦੋਂ ਅਦਾਲਤ 'ਚ ਉਹਨਾਂ ਨੂੰ ਪੇਸ਼ ਕੀਤਾ ਗਿਆ, ਕੋਈ ਵੀ ਸਾਡਾ ਐਡਵੋਕੇਟ ਪੈਨਲ ਦਾ ਕੋਈ ਉੱਥੇ ਹਾਜ਼ਰ ਨਹੀਂ ਸੀਗਾ। ਐਡਵੋਕੇਟ ਪੈਨਲ ਤੋਂ ਉਹਨਾਂ ਨੂੰ ਹਾਜ਼ਰ ਜੀ ਬਿਲਕੁਲ। ਲਾਸਟ ਟਾਈਮ ਵੀ ਜਿਹੜੀ ਬਹਿਸ ਹੋਈ ਸੀ ਬਿਨਾਂ ਐਡਵੋਕੇਟ ਤੋਂ ਹੋਈ ਸੀ, ਔਰ ਮੈਂ ਸਪੈਸੀਫਿਕਲੀ ਮੈਂਸ਼ਨ ਕਰਨਾ ਚਾਹੂੰਗੀ ਉਸ ਦਿਨ ਪੂਰੇ ਦਿਨ ਰਾਤ ਉੱਥੇ ਵੇਟ ਕਰਨ ਤੋਂ ਬਾਅਦ ਜਦੋਂ ਮਾਰਨਿੰਗ ਸਾਨੂੰ FIR ਵੀ ਨਹੀਂ ਮਿਲੀ, FIR ਮੈਂ SSP ਆਫਿਸ ਤੋਂ ਜਾ ਕੇ ਨੰਬਰ ਪਤਾ ਕਰਕੇ ਆਈ ਹਾਂ ਕਿ FIR ਦਾ ਨੰਬਰ ਕੀ ਹੈ। ਈਵਨ ਲਾਸਟ ਤੱਕ ਜਦੋਂ ਤੱਕ ਬਹਿਸ ਨਹੀਂ ਹੋਈ, ਪਰਵਾਨਾ ਜੀ ਦਾ ਰਿਮਾਂਡ ਵੀ ਹੋ ਗਿਆ, ਉਸ ਤੋਂ ਬਾਅਦ ਵੀ ਸਾਨੂੰ FIR ਨਹੀਂ ਮਿਲੀ। ਸਾਨੂੰ 5 ਵਜੇ FIR ਮਿਲਦੀ ਹੈ ਤੇ 5 ਵਜੇ FIR ਤੋਂ ਬਾਅਦ ਸਾਨੂੰ ਪਤਾ ਚੱਲਦਾ ਅਸੀਂ ਜਿਹੜੀ ਬਹਿਸ ਹੈ ਉਹ ਸਿਰਫ ਪਬਲਿਕ ਪ੍ਰੋਸੀਕਿਊਟਰ ਨੂੰ ਸੁਣ ਕੇ ਉਹਦੀ ਬਹਿਸ ਤੇ ਅਸੀਂ ਅਪੋਜ਼ ਕੀਤਾ। ਸਾਨੂੰ FIR ਵੀ ਲਾਸਟ 'ਚ ਜਦੋਂ ਕੋਰਟ ਦਾ ਟਾਈਮਿੰਗ ਵੀ ਖਤਮ ਹੋ ਜਾਂਦਾ 5 ਵਜੇ ਤੋਂ ਬਾਅਦ FIR ਸਾਨੂੰ ਮਿਲਦੀ ਹੈ, ਔਰ ਟਿਲ ਡੇਟ ਨੈੱਟ ਤੇ ਵੀ ਨਹੀਂ ਚੜ੍ਹਦੀ ਹੈਗੀ ਉਹ FIR। ਤੇ ਇਸ ਤਰ੍ਹਾਂ ਦਾ ਵਤੀਰਾ। ਤੇ ਅੱਜ ਵੀ ਜਿਸ ਟਾਈਮ ਉਹਨਾਂ ਨੂੰ ਪੇਸ਼ ਕੀਤਾ ਗਿਆ, ਕੋਈ ਐਡਵੋਕੇਟ ਉੱਥੇ ਨਹੀਂ ਸੀਗਾ, ਠੀਕ ਹੈ, ਕੁਝ ਨਹੀਂ ਸੀ। ਉਹਨਾਂ ਨੂੰ ਲੈ ਕੇ ਆਏ ਨਾਲ ਦੀ ਨਾਲ, ਜਦੋਂ ਤੱਕ ਸਾਰੇ ਪਹੁੰਚੇ ਨੇ ਉਦੋਂ ਤੱਕ ਉਹਨਾਂ ਨੂੰ ਵਾਪਸ ਲੈ ਕੇ ਗਏ ਨੇ। ਤੇ ਮੈਂ ਵੀ ਬਿਲਕੁਲ ਲਾਸਟ ਦੇ ਵਿੱਚ ਉਹਨਾਂ ਨੂੰ ਬਾਹਰੋਂ ਮਿਲੀ ਹਾਂ, ਜਦੋਂ ਗੱਡੀ 'ਚ ਉਹਨਾਂ ਨੂੰ ਬਿਠਾਉਣ ਲੱਗੇ ਉਦੋਂ ਮੈਂ ਪੁੱਛਿਆ ਤੁਸੀਂ ਠੀਕ ਠਾਕ ਹੋ, ਤਾਂ ਉਹਨਾਂ ਨੇ ਕਿਹਾ ਹਾਂਜੀ ਠੀਕ ਹੈ, ਚੜ੍ਹਦੀ। ਲੱਗਦਾ ਸੀਗਾ ਕਿ ਉਹਨਾਂ ਦਾ ਬੁਰੇ ਤਰੀਕੇ ਨਾਲ ਇੰਟਰੋਗੇਸ਼ਨ, ਕਿਉਂਕਿ ਤੁਸੀਂ ਮਿਲੇ ਹੋ, ਕਿਸ ਤਰੀਕੇ ਦੇ ਨਾਲ ਸੀ ਉਹਨਾਂ ਦਾ ਹੁਲੀਆ, ਮਤਲਬ ਵੇਸ਼ਭੂਸ਼ਾ ਕਿੱਦਾਂ? ਵੈਸੇ ਠੀਕ ਸੀ, ਚੜ੍ਹਦੀ ਕਲਾ ਦੇ ਵਿੱਚ ਨੇ, ਲੇਕਿਨ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਉਹਨਾਂ ਨਾਲ ਮਤਲਬ ਨਹੀਂ ਹੋਇਆ ਹੋਏਗਾ ਜਾਂ ਕਿਉਂਕਿ ਇਸ ਚੀਜ਼ ਨੂੰ ਆਪਾਂ ਨਹੀਂ ਕਲੈਰੀਫਾਈ ਕਰ ਸਕਦੇ, ਕਿਉਂਕਿ ਜਦੋਂ ਰਿਮਾਂਡ ਹੁੰਦਾ ਆਪਾਂ ਕਹਿ ਸਕਦੇ ਹਾਂ ਕਿ ਨਾਰਮਲ ਕੋਈ ਵੀ ਰਿਮਾਂਡ ਹੁੰਦਾ ਤਾਂ ਉਸ 'ਤੇ ਕੋਈ ਸੱਟਾਂ ਨਹੀਂ ਮਾਰੀਆਂ ਜਾਂਦੀਆਂ, ਕਿਉਂਕਿ ਨਾਰਮਲ ਲੋਕਾਂ ਨੂੰ ਪਤਾ ਚੱਲ ਜਾਂਦਾ, ਉਹ ਸਿਰਫ ਇੱਕ ਕਰੰਟੀ ਉਹਨਾਂ ਕੋਲ ਹਿੱਲਾ ਹੁੰਦਾ। ਆਈ ਕਾਂਟ ਸੇ ਕਿ ਉਹ ਚੀਜ਼ ਉਹਨਾਂ ਨੇ ਕੀਤੀ ਹੈ ਕਿ ਨਹੀਂ ਕੀਤੀ, ਉਸ ਚੀਜ਼ ਦਾ ਮੈਂ ਨਹੀਂ ਦੱਸ ਸਕਦੀ। ਜਿਸ ਆਧਾਰ ਤੇ ਕੰਪਲੇਂਟ ਦਰਜ ਕਰਵਾਈ ਗਈ ਹੈ, ਉਸ ਕੰਪਲੇਂਟ ਦੀ ਕੋਈ ਪ੍ਰੂਫ ਵੀ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਫਿਰਕੂ ਭਾਵਨਾਵਾਂ ਭੜਕਾਉਣ ਦਾ ਉਹ ਦੋਸ਼ ਉਹਨਾਂ ਤੇ ਲੱਗਦਾ ਹੈ? ਕੋਈ ਪ੍ਰੂਫ ਵੀ ਤਾਂ ਪੇਸ਼ ਕੀਤੇ ਗਏ ਹੋਣਗੇ, ਕੋਈ ਵੀਡੀਓ ਕਲਿੱਪ, ਕੋਈ ਆਡੀਓ ਕਲਿੱਪ, ਕੁਝ ਵੀ ਤਾਂ ਸਾਹਮਣੇ ਆਇਆ ਹੋਏਗਾ? ਹਾਂਜੀ, ਅੱਜ ਜਿਹੜਾ ਇਹਨਾਂ ਨੇ ਵੀਡੀਓ ਕਲਿੱਪ ਲਿੱਤੀ ਗਈ ਹੈ ਉਹ ਤੁਸੀਂ ਦੇਖਿਆ ਹੋਏਗਾ 3 ਤੋਂ 6 ਜੂਨ ਜਦੋਂ ਸਾਡੇ ਸ਼ਹੀਦੀ ਸਾਕੇ ਦੇ ਦਿਨ ਚੱਲਦੇ ਹੁੰਦੇ ਨੇ, ਉਸ ਟਾਈਮ ਦੇ ਵਿੱਚ ਇੱਕ ਪੋਸਟਰ ਲੱਗਿਆ ਸੀ ਰਾਜਪੁਰਾ ਦੇ ਵਿੱਚ, ਤੇ ਉਹ ਪੋਸਟਰ ਦੇ ਆਈ ਥਿੰਕ ਟਾਈਟਲ ਸੀਗਾ ਆਤੰਕਵਾਦ ਦਾ ਖਾਤਮਾ, ਸਮਥਿੰਗ ਇੱਦਾਂ ਦਾ ਟਾਈਟਲ ਸੀ। ਉਸ ਨੂੰ ਇਹਨਾਂ ਨੇ ਆਧਾਰ ਬਣਾਇਆ। ਉਸ ਦੇ ਵਿੱਚ ਬਰਜਿੰਦਰ ਸਿੰਘ ਪਰਵਾਨਾ ਜੀ ਨੇ ਕਿਹਾ ਸੀਗਾ ਵੀ ਇਹ ਸਾਡੀਆਂ ਬਿਲਕੁਲ, ਦੇਖੋ ਆਪਾਂ ਹੁਣ ਆਪਾਂ ਸਿੱਖ ਧਰਮ ਨੂੰ ਫੋਲੋ ਕਰਦੇ ਹਾਂ ਤਾਂ ਨੈਚੁਰਲ ਜੀ ਗੱਲ ਹੈ ਕਿ ਕੋਈ ਅਗਰ ਜਿਹਨੂੰ ਆਪਾਂ ਫੋਲੋ ਕਰਦੇ ਹਾਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਹੈ ਨਾ, ਹਰੇਕ ਦੀ ਇੱਕ ਆਪਣੀ ਭਾਵਨਾਵਾਂ ਹੁੰਦੀਆਂ ਨੇ ਤੇ
ਤੇ ਉਸ ਦੇ ਉੱਤੇ ਆਪਾਂ ਕਿਸੇ ਨੂੰ ਰੋਕ ਨਹੀਂ ਲਗਾ ਸਕਦੇ ਕਿ ਕੋਈ ਕਿਸੇ ਨੂੰ ਕਿੱਦਾਂ ਪ੍ਰੈਜ਼ੈਂਟ ਕਰਦਾ ਜਾਂ ਕੀ ਫੀਲ ਕਰਦਾ ਕਿਸੇ ਬਾਰੇ। ਹੁਣ ਅਗਰ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਜੇ ਅਗਰ ਉਹਨਾਂ ਬਾਰੇ ਕੋਈ ਬੁਰਾ ਬੋਲੇਗਾ, ਠੀਕ ਹੈ, ਹੁਣ ਸਾਡੇ ਘਰ ਦੇ ਬਾਹਰ ਅਗਰ ਕੋਈ ਆ ਕੇ ਪੋਸਟਰ ਲਾ ਜੇ, ਇਹ ਸਾਡੇ ਬਰਦਾਸ਼ਤ ਤੋਂ ਬਿਲਕੁਲ ਬਾਹਰ ਜਾਏਗੀ ਕਿਉਂਕਿ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ। ਤੇ ਉਸ ਚੀਜ਼ ਨੂੰ ਲੈ ਕੇ ਜਦੋਂ ਉਹ ਪੋਸਟਰ ਲੱਗਿਆ ਤੇ ਉਹਨਾਂ ਨੇ ਪੋਸਟ ਪਾਈ ਸੀ ਵੀ ਇਹ ਜਿੰਨੇ ਵੀ ਪੋਸਟਰ ਲਗਾਇਆ ਹੈ, ਠੀਕ ਹੈ, ਇਹ ਬਿਲਕੁਲ ਸਰਾਸਰ ਗਲਤ ਹੈ ਵੀ ਮੈਂ ਬੈਠਾ ਉਸ ਲਈ, ਠੀਕ ਹੈ। ਤੇ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਆਧਾਰ ਬਣਾਇਆ ਕਿ ਉਹ ਦੋ ਭਾਵਨਾਵਾਂ ਨੂੰ ਭੜਕਾ ਰਹੇ ਨੇ, ਦੋ ਫਿਰਕਿਆਂ ਦੇ ਵਿੱਚ ਦੰਗਾ ਫਸਾਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹ ਸ਼ਿਵ ਸੈਨਾ ਵਾਲਿਆਂ ਦਾ ਪੋਸਟਰ ਸੀਗਾ। ਉਸ ਚੀਜ਼ ਨੂੰ ਲੈ ਕੇ ਬੇਸਿਕਲੀ ਮੁੱਦਾ ਬਣਾ ਕੇ ਉਸੇ ਵੀਡੀਓ ਨੂੰ ਮੁੱਦਾ ਬਣਾਇਆ ਗਿਆ ਕਿ ਇਹ ਭਾਵਨਾਵਾਂ ਭੜਕਾਉਂਦੇ ਨੇ, ਠੀਕ ਹੈ, ਤੇ ਦੋ ਫਿਰਕਿਆਂ ਦੇ ਵਿੱਚ ਦੰਗੇ ਕਰਵਾਉਣ ਦੀ ਇਹਨਾਂ ਦੀ ਪੂਰੀ ਕੋਸ਼ਿਸ਼ ਹੈ। ਔਰ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੂੰਗੀ, ਇਸ ਕੇਸ ਦੇ ਵਿੱਚ ਜਿਹੜੇ ਆਈਓ ਨੇ ਉਹੀ ਇਸ ਕੇਸ ਦੇ ਵਿੱਚ ਕੰਪਲੇਨੈਂਟ ਨੇ, ਠੀਕ ਹੈ। ਵੈਸੇ ਤਾਂ ਇਹ ਹੁੰਦਾ ਨਹੀਂ ਹੈਗਾ ਨਾਰਮਲੀ, ਲੇਕਿਨ ਹੋਰ ਗਵਾਹ ਉਹਨਾਂ ਦੇ ਖਿਲਾਫ, ਪਰਵਾਨਾ ਸਾਹਿਬ ਦੇ ਖਿਲਾਫ ਆਇਆ ਹੋਵੇ, ਕੋਈ ਹੋਰ ਗਵਾਹੀ ਆਈ ਹੋਵੇ? ਬਿਲਕੁਲ ਨਹੀਂ ਜੀ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ, ਸਿਰਫ ਪੁਲਿਸ ਹੀ ਗਵਾਹ ਹੈ ਤੇ ਪੁਲਿਸ ਹੀ ਇੱਕ ਕੰਪਲੇਨੈਂਟ ਹੈ। ਇਸ ਕੇਸ ਦੇ ਵਿੱਚ ਹੋਰ ਕੋਈ ਗਵਾਹ ਨਹੀਂ ਬਣਿਆ ਹੈਗਾ। ਤੇ ਹੁਣ ਜਿਹੜੇ ਰੈਸਟ ਆਫ ਪ੍ਰੂਫਸ ਵੀ ਨੇ ਉਹ ਵੀ ਹਲੇ ਉਹ ਪੇਸ਼ ਨਹੀਂ ਕਰ ਪਾਏ 5 ਦਿਨਾਂ ਦੀ ਇੰਟਰੋਗੇਸ਼ਨ ਦੇ ਵਿੱਚ। ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਸਾਨੂੰ ਪਾਕਿਸਤਾਨ ਵਾਲੇ ਮੈਸੇजेस ਉਹ ਹੋਏ ਨੇ, ਲੇਕਿਨ ਪਾਕਿਸਤਾਨ ਦੇ ਕਿਹੜੇ ਮੈਸੇजेस ਨੇ, ਕੀ ਹੈ, ਉਹਨਾਂ ਨੇ ਕਿਹਾ ਸੀ ਸਾਨੂੰ ਇਹ ਰਿਮਾਂਡ ਇਸ ਵਜ੍ਹਾ ਕਰਕੇ ਚਾਹੀਦਾ, ਅਸੀਂ ਉਹ ਡਿਟਰਾਈਵ ਕਰਨੇ ਨੇ। ਤੇ ਉਹ ਆਈਟੀ ਸੈੱਲ ਹੈਗਾ ਵੈਰੀ ਵੈਲ, ਉਹਨਾਂ ਨੂੰ ਕਿਤੇ ਨਹੀਂ ਲੈ ਕੇ ਗਏ, 5 ਦਿਨ ਦੇ ਉਹ ਇੱਥੇ ਹੀ ਨੇ, ਠੀਕ ਹੈ। ਸੋ ਇਹ ਰਿਮਾਂਡ ਮੰਗਣਾ ਵੀ ਗਲਤ ਸੀਗਾ, ਠੀਕ ਹੈ, ਬਟ ਉਹਨਾਂ ਨੂੰ ਹੁਣ ਵੀ 1 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ 16 ਤਰੀਕ ਨੂੰ ਦੁਬਾਰਾ ਪੇਸ਼ ਹੋਣਾ। ਤੇ ਹੁਣ ਅੱਗੇ ਮਤਲਬ ਬਚਾਅ ਪੱਖ ਦੇ ਤੁਸੀਂ ਵਕੀਲ ਹੋ, ਤੁਸੀਂ ਇਹਨਾਂ ਦਾ ਕੇਸ ਲੜ ਰਹੇ ਹੋ, ਕੀ ਦਲੀਲਾਂ ਦੇ ਕੇ ਜੋ ਹੈ ਪਰਵਾਨਾ ਸਾਹਿਬ ਨੂੰ ਬਚਾਇਆ ਜਾ ਸਕਦਾ ਹੈ, ਜਾਂ ਕੀ ਜਿਹੜੇ ਬਚਾਅ ਦੇ ਦਾਅ ਪੇਚ ਨੇ ਉਹ ਲਗਾਏ ਜਾ ਸਕਦੇ ਨੇ? ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਪਾਕਿਸਤਾਨ ਦੇ ਜਿਹੜੇ ਮੈਸੇजेस ਨੇ ਉਹ ਵੀ ਰਿਕਵਰ ਨਹੀਂ ਹੋ ਪਾਏ, ਰਿਮਾਂਡ ਦੇ ਦੌਰਾਨ ਉਹਨਾਂ ਨੂੰ ਕਿਤੇ ਲਿਜਾਇਆ ਨਹੀਂ ਗਿਆ, ਕਿਤੇ ਜਾ ਕੇ ਪੁੱਛ ਪੜਤਾਲ ਨਹੀਂ ਕੀਤੀ ਗਈ, ਜਾਂਚ ਨਹੀਂ ਕੀਤੀ ਗਈ, ਤੇ ਇਹ ਤਾਂ ਫਿਰ ਇੱਕ ਸਟਰੋਂਗ ਮੈਟਰ ਵੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਤੁਸੀਂ ਇੰਟਰੋਗੇਸ਼ਨ ਵੀ ਲੈ ਲਿਆ, ਰਿਮਾਂਡ ਵੀ ਲੈ ਲਿਆ, ਪਰ ਫਿਰ ਵੀ ਉਹਨਾਂ ਨੂੰ ਕਿਤੇ ਲੈ ਕੇ ਨਹੀਂ ਜਾ ਰਹੇ ਹੋ। ਤੇ ਬਚਾਅ ਦੇ ਲਈ ਕੀ ਜਿਹੜੀਆਂ ਦਲੀਲਾਂ ਨੇ ਅਪਣਾਈਆਂ ਜਾ ਸਕਦੀਆਂ? ਹਾਂਜੀ, ਐਕਚੁਅਲੀ ਜਿਹੜੇ ਇਹਨਾਂ ਨੇ ਅੰਡਰ ਸੈਕਸ਼ਨ ਲਗਾਏ ਨੇ ਤੇ ਜੋ ਮੁੱਦੇ ਇਹਨਾਂ ਨੇ ਉਠਾਏ ਨੇ ਅਸੀਂ ਉਹਨਾਂ ਦਾ ਆਲਰੇਡੀ ਦੇ ਚੁੱਕੇ ਹਾਂ। ਜਿਹੜਾ ਫਸਟ ਆਫ ਆਲ ਇਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਗੈਰ ਲਾਇਸੈਂਸਡ ਜਿਹੜੇ ਵੈਪਨਸ ਨੇ ਉਹਦੇ ਵਿੱਚੋਂ ਕਾਰਟ੍ਰਿਜਸ ਚੱਲੇ ਹੋਏ ਨੇ। ਮੇਨਲੀ ਮੁੱਦਾ ਇਹ ਬਣਾ ਰਹੇ ਨੇ ਕਿ ਉਹ ਕਾਰਟ੍ਰਿਜਸ ਕਿੱਥੇ ਚੱਲੇ ਨੇ। 5 ਐਕਚੁਅਲੀ ਕਾਰਟ੍ਰਿਜਸ ਚੱਲੇ ਹੋਏ ਸੀਗੇ ਉਹ ਗੁਰਪੁਰਬ ਦੇ ਮੌਕੇ। ਨੈਚੁਰਲ ਜੀ ਗੱਲ ਹੈ, ਹੁਣ ਕੋਈ ਪ੍ਰੀਚਰ ਹੈ, ਆਪਾਂ ਨਾਰਮਲ ਜਦੋਂ ਵੀ ਕਿਸੇ ਚੀਜ਼ ਨੂੰ ਕਰਦੇ ਹਾਂ ਤਾਂ ਗੁਰਪੁਰਬ ਦੇ ਮੌਕੇ ਚੱਲਦੇ ਹੁੰਦੇ ਨੇ, ਤੇ ਉਹ 5 ਜਿਹੜੇ ਕਾਰਟ੍ਰਿਜਸ ਨੇ ਉਹ ਉੱਥੇ ਚੱਲੇ ਹੋਏ ਕਾਰਟ੍ਰਿਜਸ ਨੇ। ਤੇ ਜਿਹੜੇ ਲਾਇਸੈਂਸਡ ਵੈਪਨਸ ਨੇ ਉਹ ਲਾਇਸੈਂਸਡ ਨੇ, ਅਸੀਂ ਆਲਰੇਡੀ ਕਾਪੀਜ਼ ਉਹਨਾਂ ਦੀਆਂ ਸਬਮਿਟ ਕਰ ਚੁੱਕੇ ਹਾਂ, ਠੀਕ ਹੈ। ਤੇ ਜਿਹੜੀ ਫੰਡਿੰਗ ਦਾ ਹੈ ਉਹ ਆਲ ਟੂ ਆਲ ਸਾਡੇ ਕੋਲ ਰਿਕਾਰਡ ਪਿਆ ਹੈ, ਉਹ ਹੌਲੀ ਹੌਲੀ ਕਰਕੇ ਐਕਚੁਅਲੀ 10 ਸਾਲ ਦਾ ਰਿਕਾਰਡ ਹੈ ਇਹ, ਤੇ ਇੰਨੀ ਛੇਤੀ ਉਹ ਨਹੀਂ ਉਹ ਕੀਤਾ ਜਾ ਸਕਦਾ, ਉਸ ਲਈ ਟਾਈਮ ਵੀ ਲੱਗਦਾ। ਤੇ ਜਿੰਨਾ ਕੁ ਰਿਕਾਰਡ ਸਾਨੂੰ ਹਲੇ ਹੁਣ ਮਤਲਬ ਜਿਹੜੇ ਬੱਚੇ ਪਹਿਲਾਂ 10 ਅੱਜ ਤੋਂ, ਕਿਉਂਕਿ ਸਾਰਿਆਂ ਦੀ ਨੈਚੁਰਲ ਜੀ ਗੱਲ ਹੈ, ਉੱਥੇ ਬॉयਜ਼ ਗਰਲਸ ਸਾਰੇ ਸੀਗੇ, ਕਿਸੇ ਦੀ ਮੈਰਿਜ ਹੋ ਗਈ, ਕੋਈ ਆਪਣੀ ਜੌਬ ਤੇ ਚਲਾ ਗਿਆ, ਕੋਈ ਬਾਹਰ ਚਲਾ ਗਿਆ, ਤੇ ਨੈਚੁਰਲ ਜੀ ਗੱਲ ਹੈ ਵੀ ਉਹ ਰਿਕਾਰਡ ਜਿਹੜਾ ਹੈਗਾ ਉਹ ਹੁਣ ਹੌਲੀ ਹੌਲੀ ਈਜ਼ੀਲੀ ਨਹੀਂ ਅਵੇਲੇਬਲ, ਹੌਲੀ ਹੌਲੀ ਅਵੇਲੇਬਲ ਹੋਏਗਾ। ਲੇਕਿਨ ਜਿੰਨਾ ਕੁ ਸਾਡੇ ਕੋਲ ਰਿਕਾਰਡ ਹੋ ਰਿਹਾ ਉਹ ਅਸੀਂ ਸਾਰਾ ਪੇਸ਼ ਕਰ ਰਹੇ ਹਾਂ ਨਾਲ ਦੀ ਨਾਲ, ਠੀਕ ਹੈ। ਤੇ ਉਸ ਅਕੋਰਡਿੰਗ ਜਿਹੜਾ ਰਿਕਾਰਡ ਹੈ ਸਾਰਾ ਰਿਕਾਰਡ ਮੇਨਟੇਨ ਪਿਆ ਹੈ, ਉਸ ਚੀਜ਼ ਨੂੰ ਸਿਰਫ ਇੱਕ ਸਲਿਪਸ ਵਾਈਜ਼ ਦੇਣਾ ਬਾਕੀ ਹੈ, ਠੀਕ ਹੈ। ਤੇ ਉਹ ਅੱਧਾ ਰਿਕਾਰਡ ਜਿੰਨਾ ਸਾਡੇ ਕੋਲ ਆਈ ਜਾ ਰਿਹਾ ਅਸੀਂ ਉਹ ਪੇਸ਼ ਕਰੀ ਜਾ ਰਹੇ ਹਾਂ। ਇਸ ਦੌਰਾਨ ਪਰਵਾਨਾ ਜੀ ਨੂੰ ਜੇਲ੍ਹ 'ਚ ਹੀ ਰਹਿਣਾ ਪਏਗਾ ਜਾਂ ਜ਼ਮਾਨਤ ਦੇ ਲਈ ਜਿਹੜੇ ਕੁਝ ਮਾਪਦੰਡ ਨੇ ਅਪਣਾਏ ਜਾ ਸਕਦੇ ਨੇ, ਜਾਂ ਜ਼ਮਾਨਤ ਦੀ ਆਪਸ਼ਨ ਮਿਲ ਸਕਦੀ ਹੈ? ਫਿਲਹਾਲ ਤਾਂ ਜੀ ਦੇਖੋ, ਅੱਜ ਦਾ ਜਿਹੜਾ ਇਹਨਾਂ ਨੇ ਰਿਮਾਂਡ ਲਿੱਤਾ ਹੈ ਤੇ ਅੱਜ ਤੇ ਮਤਲਬ ਅੱਜ ਤੇ ਕੱਲ੍ਹ ਦਾ ਤੇ ਪਰਸੋਂ ਤੋਂ ਬਾਅਦ ਪਤਾ ਚੱਲੇਗਾ। ਅਗਰ ਤਾਂ ਮਤਲਬ ਲਾਈਕ ਬਾਹਰ ਆਉਂਦੇ ਮਤਲਬ ਆਰਡਰ ਉਹ ਹੋ ਜਾਂਦਾ ਹੈ ਫਿਰ ਤਾਂ ਉਸ ਤੋਂ ਬਾਅਦ ਬੇਲ ਐਪਲੀਕੇਸ਼ਨ ਲੱਗੇਗੀ। ਅਦਰਵਾਈਜ਼ ਹੁਣ ਦੇਖਦੇ ਹਾਂ ਕਿ ਅੱਗੇ ਕੀ ਮਤਲਬ ਸਟ੍ਰੈਟਜੀ ਹੋਏਗੀ, ਕਿਉਂਕਿ ਉਹ ਪਰਸੋਂ ਤੋਂ ਬਾਅਦ ਹੀ ਪਤਾ ਚੱਲੇਗਾ। ਨੈਚੁਰਲ ਜੀ ਗੱਲ ਹੈ ਕਿ ਵੀ ਕੀ ਇਹਦਾ ਸਿੱਟਾ ਨਿਕਲਦਾ ਹੈ ਤੇ ਕੀ ਕਾਰਵਾਈ ਅੱਗੇ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਮੈਮ ਸਾਡੇ ਨਾਲ ਜੁੜਨ ਲਈ। ਬਰਜਿੰਦਰ ਸਿੰਘ ਪਰਵਾਨਾ ਤੇ ਉਹਨਾਂ ਦੀ ਗ੍ਰਿਫਤਾਰੀ ਦੇ ਮੁੱਦੇ ਨੂੰ ਲੈ ਕੇ ਅਸੀਂ ਜੁੜੇ ਹੋਏ ਹਾਂ। ਅੱਜ ਖਰੜ ਕੋਰਟ ਕੰਪਲੈਕਸ ਦੇ ਵਿੱਚ ਉਹਨਾਂ ਦੀ ਪੇਸ਼ੀ ਹੁੰਦੀ ਹੈ ਔਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨਾਲ ਜਿਹੜੇ ਸਮਾਜਿਕ ਆਗੂ ਨੇ, ਸਮਾਜਿਕ ਕਾਰਕੁਨ ਨੇ, ਉਹਨਾਂ ਨੂੰ ਵੀ ਉਹਨਾਂ ਵੱਲੋਂ ਵੀ ਜਿਹੜਾ ਹੈ ਪਰਵਾਨਾ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਸਾਥ ਹੈ ਉਹ ਦਿੱਤਾ ਜਾ ਰਿਹਾ ਹੈ। ਨਵਤੇਜ ਸਿੰਘ ਗੁੱਗੂ ਜਿਹੜੇ ਨੇ ਸਮਾਜਿਕ ਕਾਰਕੁਨ ਨੇ, ਸੋਸ਼ਲ ਵਰਕਰ ਨੇ, ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦੀ ਫੈਮਿਲੀ ਦੀ ਸਪੋਰਟ ਕਰਨ ਦੇ ਲਈ। ਗੁੱਗੂ ਜੀ, ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ। ਬਹੁਤ ਸਾਰੇ ਸਿੱਖ ਨੌਜਵਾਨ ਨੇ ਜਿਨ੍ਹਾਂ ਨੂੰ UAPA ਐਕਟ ਦੇ ਤਹਿਤ ਚੁੱਕਿਆ ਗਿਆ, ਝੂਠੇ ਮੁਕੱਦਮੇ ਵੀ ਦਰਜ ਕੀਤੇ ਗਏ, ਹਾਲਾਂਕਿ ਬਾਅਦ ਚੋਂ ਸਭ ਸਪਸ਼ਟ ਹੋ ਗਿਆ ਕਿ ਮੁਕੱਦਮਾ ਝੂਠਾ ਹੈ। ਔਰ ਇਸ ਕੇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਕੇਸ ਤੇ ਦੇਖੋ ਸਾਡੇ ਸਾਹਮਣੇ ਹੀ ਆ। ਬਾਬਾ ਜੀ ਹੁਣਾਂ ਦਾ ਤਕਰੀਬਨ ਸਾਰੇ ਫੋਲੋ ਤਕਰੀਬਨ ਲੋਕ ਕਰਦੇ ਨੇ, ਜਿਹੜੇ ਜ਼ਿਆਦਾ ਸਮਾਜ ਦੀ ਸੇਵਾ ਜਾਂ ਆਮ ਲੋਕ ਜਿਹੜੇ ਨੇ, ਔਰ ਉਹ ਇੱਕ ਐਜ਼ ਏ ਸੋਸ਼ਲ ਵਰਕਰ ਨੇ। ਇੱਕ ਜਿਵੇਂ ਕਿਸੇ ਦੇ ਦੁੱਖ ਸੁੱਖ ਤੇ ਸਾਥ ਦੇਣਾ, ਜਾਂ ਫਿਰ ਕਿਤੇ ਨਾ ਕਿਤੇ ਵਧੀਕੀ ਹੋ ਰਹੀ ਹੈ ਉੱਥੇ ਉਹਨਾਂ ਦੇ ਨਾਲ ਖੜ੍ਹਦੇ ਨੇ ਜਾ ਕੇ।
ਔਰ ਜਿਹੜਾ ਆ ਇਨਸੀਡੈਂਟ ਹੋਇਆ ਹੈ ਕਿ ਇੱਕਦਮ ਉਹਨਾਂ ਨੂੰ ਚੁੱਕ ਕੇ ਔਰ ਉਹਨਾਂ ਦੇ ਧਰਾਵਾਂ ਲਗਾ ਦੇਣੀਆਂ ਵੀਡੀਓ ਵਾਇਰਲ ਦੀਆਂ, ਇਹ ਕਿਤੇ ਨਾ ਕਿਤੇ ਬੜਾ ਸਾਰਿਆਂ ਦੇ ਸਾਡੇ ਮਨ ਨੂੰ ਬੜੀ ਠੇਸ ਪਹੁੰਚੀ ਆ। ਔਰ ਚਲੋ ਹੁਣ ਗਾਂ ਸਾਡੀ ਇਹੋ ਹੀ ਇੱਕ ਆਸ ਆ ਤੇ ਅਪੀਲ ਵੀ ਆ ਔਰ ਬੇਨਤੀ ਵੀ ਆ ਕਿ ਜੋ ਹੋ ਗਿਆ ਚਲੋ ਇੱਕ ਅਲੱਗ ਆ। ਹੁਣ ਗਾਂ ਜਿਹੜੀ ਬਾਬਾ ਜੀ ਦੇ ਪਰਿਵਾਰ ਨੂੰ ਸਾਨੂੰ ਆਸ਼ੰਕਾ ਵਾ ਵੀ ਕਿਤੇ ਕੋਈ ਵੱਡਾ ਕੇਸ ਬਣਾ ਕੇ, ਜਿਵੇਂ ਅੱਜ ਕੱਲ੍ਹ UPA ਐਕਟ ਵਗੈਰਾ ਸਰਕਾਰ ਲੈ ਕੇ ਆਈ ਆ, ਇਦਾਂ ਦਾ ਕੁਝ ਐਕਟ ਲਗਾ ਕੇ ਔਰ ਖੁਦ ਬਾਬਾ ਜੀ ਉਹਨਾਂ ਦਾ ਵੀ ਇਹ ਮੈਸੇਜ ਆਇਆ ਬਾਹਰ, ਉਹਨਾਂ ਦੇ ਵਾਈਫ ਸੁਣਨ ਚ ਆ ਰਿਹਾ ਕਿ UAP ਜਿਹੜੀ ਧਾਰਾ ਹੈ ਲਗਾਈ ਕਿਤੇ 4-5 ਸਾਲ ਵਾਸਤੇ ਬੰਦ ਕਰਨ ਦੀ ਯੋਜਨਾ ਬਣਾਈ ਜਾ ਰਹੀ ਆ। ਸੋ ਇਸ ਕਰਕੇ ਜੋ ਵੀਡੀਓ ਵਾਇਰਲ ਹੋਈ ਸਾਡੇ ਸਾਹਮਣੇ ਉਹ ਧਰਾਵਾਂ ਲੱਗੀਆਂ ਨੇ, ਬਸ ਠੀਕ ਆ, ਉਹਨਾਂ ਨੂੰ ਹੁਣ ਜੁਡੀਸ਼ਲੀ ਉਹਨਾਂ ਨੂੰ ਭੇਜਣਾ ਚਾਹੀਦਾ ਔਰ ਅਸੀਂ ਉਹਨਾਂ ਦੀ ਜ਼ਮਾਨਤ ਕਰਾ ਕੇ ਤੇ ਬਾਬਾ ਜੀ ਆਪਣੇ ਪਰਿਵਾਰ 'ਚ ਜਾਣ। ਸਾਡੀ ਤਾਂ ਇਹੀ ਬੇਨਤੀ ਹੈ, ਕਿਉਂਕਿ ਉਹ ਚੰਗੇ ਇਨਸਾਨ ਨੇ, ਨੇਕ ਨੇ। ਉਹ ਕਿਹੜੇ ਕੋਈ ਸਮੈਕ ਵੇਚਦੇ ਪਏ ਨੇ ਜਾਂ ਸਮੈਕ ਦਾ ਧੰਦਾ ਕਰਦੇ ਪਏ ਨੇ ਜਾਂ ਕੋਈ ਕਬਜ਼ੇ ਲੈਂਦੇ ਪਏ ਨੇ ਜਾਂ ਕੋਈ ਬਹੁਤ ਹੀ ਦੇਸ਼ ਵਿਰੋਧੀ ਗਤੀਵਿਧੀਆਂ ਸ਼ਾਮਲ ਨੇ। ਉਹਦੇ ਇੱਕ ਇਮੋਸ਼ਨਲ ਟਾਈਪ ਦੇ ਪਰਸਨ ਨੇ ਕਿ ਕਿਸੇ ਦਾ ਦੁੱਖ ਦਰਦ ਜਿਹੜਾ ਵਾ ਉਹ ਨਹੀਂ ਦੇਖਿਆ ਜਾਣਾ ਤੇ ਉਹਦੀ ਮਦਦ ਕਰਨੀ। ਹਾਂਜੀ, ਉਹਨਾਂ ਦੇ ਵਕੀਲ ਸਾਹਿਬਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਰਿਮਾਂਡ ਤੇ ਜਦੋਂ ਪਹਿਲਾਂ 5 ਦਿਨ ਦਾ ਰਿਮਾਂਡ ਉਹਨਾਂ ਦਾ ਲਿਆ ਗਿਆ ਤਾਂ ਇਹ ਹਵਾਲਾ ਦਿੱਤਾ ਗਿਆ ਕਿ ਪਾਕਿਸਤਾਨ ਤੋਂ ਜਿਹੜੇ ਮੈਸੇजेस ਨੇ ਉਹ ਰਿਸੀਵ ਹੋਏ ਨੇ ਉਹਨਾਂ ਨੂੰ, ਪਰ ਉਹ ਮੈਸੇਜ ਅਸੀਂ ਰਿਕਵਰ ਕਰਨੇ ਨੇ ਕਿਉਂਕਿ ਉਹਨਾਂ ਨੇ ਡਿਲੀਟ ਕੀਤੇ ਹੋਏ ਨੇ। ਪਰ ਉਹ ਕਹਿੰਦੇ ਨੇ ਉਹਨਾਂ ਦਾ ਦੋਸ਼ ਹੈ ਕਿ 5 ਦਿਨਾਂ ਦੇ ਰਿਮਾਂਡ ਦੇ ਅੰਦਰ ਉਹਨਾਂ ਨੂੰ ਕਿਤੇ ਵੀ ਜਾਂਚ ਦੇ ਲਈ ਨਹੀਂ ਲੈ ਕੇ ਜਾਇਆ ਗਿਆ, ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ ਜਿਸ ਥਾਣੇ ਦੇ ਵਿੱਚ CIA ਮਤਲਬ ਥਾਣੇ ਵਿੱਚ ਉਹ ਬੰਦ ਸੀ। ਔਰ ਅਜਿਹੇ ਮਾਮਲੇ 'ਚ ਤੁਸੀਂ ਕੀ ਕਹਿਣਾ ਚਾਹੋਗੇ ਅੱਗੇ ਹੋਰ ਰਿਮਾਂਡ ਦਾ ਵਾਅਦਾ ਕਰਨਾ, ਕਿਉਂਕਿ ਪਹਿਲੇ ਰਿਮਾਂਡ ਦੇ ਵਿੱਚ ਉਹਨਾਂ ਦੀ ਕਿਤੇ ਵੀ ਇਨਵੈਸਟੀਗੇਸ਼ਨ ਨਹੀਂ ਕਰਵਾਈ ਗਈ ਜਾ ਕੇ ਔਰ ਹੁਣ ਇੱਕ ਹੋਰ ਦਿਨ ਦਾ ਰਿਮਾਂਡ ਮੰਗਿਆ ਗਿਆ। ਹਾਂ, ਰਿਮਾਂਡ ਦੇਖੋ ਜਦੋਂ ਪਹਿਲਾਂ 5 ਦਿਨ ਦਾ ਮਿਲਿਆ, ਹੁਣ ਕੋਰਟ ਨੇ 2 ਦਿਨਾਂ ਦਾ ਦਿੱਤਾ ਹੈ ਔਰ ਸਾਨੂੰ ਆਸ ਹੈ ਕਿ ਜਦੋਂ ਦੁਬਾਰਾ ਕੋਰਟ ਜੱਜ ਸਾਹਿਬ ਨਹੀਂ ਰਿਮਾਂਡ ਦੇਣਗੇ, ਕਿਉਂਕਿ ਮੈਂ ਲਾਸਟ ਦੇਖੋ ਗੱਲ ਇੱਥੇ ਖਤਮ ਕੀਤੀ ਆ ਕਿ ਉਹ ਨਾ ਤਾਂ ਦੇਖੋ ਕੋਈ ਕਬਜ਼ਾ, ਨਾ ਕੋਈ ਸਮਗਲਰੀ, ਨਾ ਕੋਈ 2 ਨੰਬਰ ਦਾ ਕੰਮ। ਅਗਰ ਉਹਨਾਂ ਦਾ ਤੁਸੀਂ ਦੇਖਦੇ ਹੋ ਕਿ ਚੰਗੀ ਫੈਮਿਲੀ 'ਚੋਂ ਨੇ, ਫਾਦਰ ਉਹਨਾਂ ਦੇ ਜਿਹੜੇ ਨੇ ਉਹ ਪੰਜਾਬ ਪੁਲਿਸ ਦੇ ਵਿੱਚੋਂ ਇੰਸਪੈਕਟਰ ਰਿਟਾਇਰ ਹੋਏ ਨੇ ਔਰ ਬੱਚੇ ਜਿਹੜੇ ਨੇ ਬੜੇ ਲਾਇਕ ਨੇ, ਪੜ੍ਹਦੇ ਅੱਛੇ ਸਕੂਲਾਂ 'ਚ ਵਿੱਦਿਆ ਉਹਨਾਂ ਦੀ ਔਰ ਉਹ ਵਧੀਆ ਸੁਸਾਇਟੀ 'ਚ ਰਹਿ ਰਹੇ ਨੇ। ਔਰ ਸਿਰਫ ਇੱਕ ਸ਼ੌਂਕ ਆ ਕਿ ਗਰੀਬਾਂ ਦੀਨ ਦੁਖੀਆਂ ਦੀ ਸੇਵਾ ਕਰਨਾ, ਕਿਤੇ ਇਮੋਸ਼ਨਲ ਹੋ ਕੇ ਚਲੋ ਕਈ ਵਾਰ ਅਸੀਂ ਕੁਝ ਲਫ਼ਜ਼ ਮੂੰਹ 'ਚੋਂ ਨਿਕਲ ਜਾਂਦੇ ਨੇ ਵੱਧ ਘੱਟ, ਉਹਦੇ ਵਾਸਤੇ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਪਰਚਾ ਉਹਨਾਂ 'ਤੇ ਚਲੋ ਕੀਤਾ ਇਹਨਾਂ ਨੇ। ਔਰ ਗਾਂ ਚਲੋ ਉੱਥੋਂ ਤੱਕ ਤੇ ਅਸੀਂ ਵੀ ਐਕਸੈਪਟ ਕਰ ਰਹੇ ਹਾਂ ਕਿ ਚਲੋ ਕੋਈ ਗੱਲ ਨਹੀਂ। ਔਰ ਅੱਗੇ ਜਿਹੜਾ ਗਾਂ ਵਾ ਅਗਰ ਕੋਈ ਝੂਠੀ ਕਹਾਣੀ ਬਣਾ ਕੇ ਉਹਨਾਂ ਨੂੰ ਕਿਸੇ ਵੱਡੇ ਪਰਚੇ 'ਚ ਵਲੇਟਿਆ ਜਾਂਦਾ ਵਾ ਤੇ ਉਹ ਫਿਰ ਪ੍ਰਸ਼ਾਸਨ ਨੂੰ ਸਾਡੇ ਰੋਸ ਦਾ ਸਾਹਮਣਾ ਕਰਨਾ ਪਏਗਾ। ਪੂਰੇ ਪੰਜਾਬ ਦੀ ਸੰਗਤ ਦੇ ਅੰਦਰ ਇਹ ਰੋਸ ਆ। ਹਾਂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਹੀ ਮਾਮਲਾ ਗਿਆ ਹੋਏਗਾ ਕਿ ਉਹਨਾਂ ਦੇ ਵੱਲੋਂ ਕੋਈ ਜਿਹੜੇ ਆਗੂ ਨੇ ਸਾਹਮਣੇ ਆਏ ਨੇ SGPC ਵੱਲੋਂ? ਇਹ ਦੇਖੋ ਤੇ ਉਹਨਾਂ ਦਾ ਤੱਕ ਉਹਨਾਂ ਨੇ ਤੇ ਇਹ ਮਾਮਲਾ ਕਿ ਉਹਨਾਂ ਕਦੇ ਵੀ ਕਿਸੇ ਦੇ ਹੱਕ 'ਚ ਬੋਲੇ ਨਹੀਂ ਗਏ। ਕਰੋੜਾਂ ਅਰਬਾਂ ਖਰਬਾਂ ਰੁਪਇਆਂ ਦੀ ਮਾਲਕ SGPC ਔਰ ਜਿਨ੍ਹਾਂ ਕੋ ਅਜੇ ਤੱਕ ਲੋਕਾਂ ਦੇ ਇਲਾਜ ਨਹੀਂ ਕਰਵਾ ਪਾ ਰਹੇ, ਬੱਚਿਆਂ ਨੂੰ ਵਿੱਦਿਆ ਨਹੀਂ ਦੇ ਪਾ ਰਹੇ, ਉਹਨਾਂ ਇੱਥੋਂ ਤੱਕ ਉਹਨਾਂ ਤੇ ਕੋਈ ਸਾਡੀ ਆਸ ਨਹੀਂ ਹੈਗੀ SGPC ਤੇ। ਸੁਣਨ 'ਚ ਆਇਆ ਕਿ ਮਨਜਿੰਦਰ ਸਿੰਘ ਸਿਰਸਾ ਹੈਲਪ ਕਰ ਰਹੇ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਤੇ ਚਲੋ ਹੈਲਪ ਠੀਕ ਆ, ਸਾਰਿਆਂ ਨੂੰ ਕਰਨੀ ਚਾਹੀਦੀ ਆ। ਜੇ ਕੋਈ ਨਹੀਂ ਇੱਥੇ ਆ ਸਕਦਾ, ਪਹਿਲੀ ਗੱਲ ਆ ਇੱਥੇ ਪਹੁੰਚਣਾ ਚਾਹੀਦਾ। ਹੈਲਪ ਉਹ ਹੀ ਆ ਜੇ ਅਸੀਂ ਨਾਲ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖੜਦੇ ਹਾਂ ਤੇ, ਕਿਉਂਕਿ ਪਹਿਲੇ ਦਿਨ ਮੈਂ ਦੇਖਿਆ ਸੀਗਾ ਵੀ ਕੋਈ ਵੀ ਨਹੀਂ ਸੀ ਇੱਥੇ। ਚਲੋ ਹੌਲੀ ਹੌਲੀ ਇੱਕ ਵੇਵ ਬਣੀ ਆ, ਲੋਕ ਸਾਰੇ ਇਕੱਤਰ ਹੋਏ ਨੇ, ਸਾਰਿਆਂ ਦਾ ਧੰਨਵਾਦ ਕਰਦੇ ਆ। ਔਰ ਉਹ ਵੀ ਆਉਣ ਇੱਥੇ। ਜੇ ਨਹੀਂ ਆ ਸਕਦੇ ਤੇ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਉਹਨਾਂ ਦੇ ਹੱਕ 'ਚ ਵੀਡੀਓ ਪਾਉਣੀਆਂ ਚਾਹੀਦੀਆਂ ਨੇ, ਬਾਬਾ ਜੀ ਦੇ ਹੱਕ 'ਚ। ਤੇ ਠੀਕ ਹੈ, ਜਿਹੜਾ ਕਰ ਰਿਹਾ ਮਦਦ, ਅਸੀਂ ਸਿਰਸਾ ਜੀ ਹੁਣਾਂ ਦੇ ਬੜੇ ਧੰਨਵਾਦੀ ਹਾਂ ਕਿ ਚਲੋ ਉਹ ਅਗਰ ਉਹਨਾਂ ਨੇ ਕੋਈ ਆਵਾਜ਼ ਉਠਾਈ ਹੈ ਇਸ ਤਰ੍ਹਾਂ ਦੀ। ਹੋਰ ਵੀ ਇਹ ਜਿਹੜੀਆਂ ਸਮਾਜਿਕ ਹਸਤੀਆਂ ਨੇ ਮੌਜੂਦ ਨੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਤੁਹਾਡਾ ਨਾਮ ਕੀ ਹੈ? ਦਾਸ ਵਿਜੇ ਤ੍ਰੇਨ, ਸਰਵ ਸ਼ਕਤੀ ਸੈਨਾ ਪੰਜਾਬ ਪ੍ਰਧਾਨ। ਸਾਨੂੰ ਅੱਜ ਸੇਠੀ ਸਾਹਿਬ ਜਿਹੜੇ ਸਾਡੇ ਰਾਸ਼ਟਰੀ ਅਧਿਕਸ਼ ਨੇ ਸ਼੍ਰੀ ਨੀਰਜ ਸੇਠੀ ਜੀ, ਉਹਨਾਂ ਦੀ ਕਾਲ ਆਈ ਸੀ ਕਿ ਸਰਦਾਰ ਨਵਤੇਜ ਸਿੰਘ ਗੁੱਗੂ ਜੀ ਜਿਹੜਾ ਕਦਮ ਉਠਾ ਰਹੇ ਆ, ਪਰਵਾਨਾ ਜੀ ਦੇ ਨਾਲ ਮੋਢਾ ਲਗਾ ਰਹੇ ਆ, ਨਾ ਤਾਂ ਉਹ ਦੇਸ਼ ਧਰੋਹੀ ਨੇ, ਨਾ ਇਸ ਤਰ੍ਹਾਂ ਦੀ ਕੋਈ ਉਹ ਗੱਲ ਕਰਦੇ ਆ। ਉਹ ਹਮੇਸ਼ਾ ਦੀਨ ਦੁਖੀਆਂ ਦਾ ਸਹਾਰਾ ਬਣਦੇ ਆ। ਜੇ ਕਿਸੇ ਨਾਲ ਕੋਈ ਤਸ਼ੱਦਦ ਹੁੰਦੀ ਆ ਤਾਂ ਉਹਦੇ ਨਾਲ ਮੋਢਾ ਲਗਾ ਕੇ ਖਲੋਂਦੇ ਆ। ਇਸ ਕਰਕੇ ਤੁਸੀਂ ਨਵਤੇਜ ਗੁੱਗੂ ਜੀ ਦੇ ਨਾਲ ਮੋਢਾ ਲਗਾ ਕੇ ਆਪਣੀ ਜਥੇਬੰਦੀ ਨਾਲ ਲੈ ਕੇ ਜਾਓ ਤੇ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਆਏ ਆ। ਸੋ ਮੈਂ ਸਾਰੀਆਂ ਜਥੇਬੰਦੀਆਂ ਦਾ ਆਇਆਂ ਦਾ ਧੰਨਵਾਦ ਕਰਦਾ। ਜਿਹੜੀਆਂ ਵੀ ਜਥੇਬੰਦੀਆਂ ਆਈਆਂ, ਕੋਈ ਇੱਕ ਮਹਾਨ ਹਸਤੀ ਦੇ ਮਗਰ ਇਹ ਜਥੇਬੰਦੀਆਂ ਆਈਆਂ ਨੇ। ਇਹ ਉਸ ਇਨਸਾਨ ਦੇ ਮਗਰ ਆਏ ਆ ਜਿਹੜਾ
ਆਪਣੇ ਦਿਲ ਦੇ ਉੱਤੇ ਕਿਸੇ ਦੁਖੀ ਦਾ ਮਤਲਬ ਦਰਦ ਲੈਂਦੇ ਆ ਤੇ ਉਹਦਾ ਦਰਦ ਲੈ ਕੇ ਉਹਦਾ ਕੰਮ ਵੀ ਕਰਦੇ ਆ। ਆਪਣੇ ਐਂਬੂਲੈਂਸ ਵੀ ਉਹਨਾਂ ਨੇ ਆਪਣੀਆਂ ਪਾਈਆਂ ਨੇ, ਜੇ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਆ ਬੜਾ ਮਤਲਬ ਸੋਸ਼ਲ ਵਰਕ ਕਰਦੇ ਆ। ਤੇ ਇਹੋ ਜਿਹੇ ਇਨਸਾਨ ਲਈ ਖੜੇ ਹੋਣਾ ਕੋਈ ਸਾਡੇ ਵਾਸਤੇ ਬੜੀ ਵਡਿਆਈ ਵਾਲੀ ਗੱਲ ਹੈ ਕਿ ਅਸੀਂ ਉਹਨਾਂ ਲਈ ਜਾਨ ਤੱਕ ਵੀ ਦੇਵਾਂਗੇ। ਜੋ ਸਾਡੇ ਨੀਰਜ ਸੇਠੀ ਜੀ ਸਾਡੇ ਪ੍ਰਧਾਨ ਸਾਹਿਬ ਨੇ ਪੂਰੇ ਰਾਸ਼ਟਰ ਦੇ, ਉਹਨਾਂ ਨੇ ਸਾਨੂੰ ਹੁਕਮ ਲਾਇਆ ਕਿ ਗੁੱਗੂ ਵੀਰ ਜੀ ਜਿਹੜੇ ਨੇ ਬੜਾ ਵਧੀਆ ਕਦਮ ਉਠਾ ਰਹੇ ਨੇ, ਇਹਨਾਂ ਦਾ ਸ਼ਲਾਘਾਯੋਗ ਕਦਮ ਹੈ ਤੇ ਇਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਗਾ ਕੇ ਇਸ ਕਰਕੇ ਅਸੀਂ ਆਏ ਹਾਂ। ਇੱਕ ਮੈਂ ਹੋਰ ਜਾਣਨਾ ਚਾਹਾਂਗੀ ਕਿ ਜਦੋਂ ਕਿਸੇ ਵੀ ਦੋਸ਼ੀ ਦੀ ਮੁਲਜ਼ਮ ਦੀ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਤਾਂ ਉਸ ਦੇ ਨਾਲ ਦਾ ਵਕੀਲ ਜ਼ਰੂਰ ਹਾਜ਼ਰ ਹੁੰਦਾ ਹੈ, ਭਾਵੇਂ ਉਹ ਬਲਾਤਕਾਰੀ ਹੀ ਕਿਉਂ ਨਾ ਹੋਵੇ। ਪਰ ਜਦੋਂ ਅੱਜ ਪਰਵਾਨਾ ਜੀ ਦੀ ਕੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਹੁੰਦੀ ਹੈ ਤਾਂ ਉਹਨਾਂ ਨੂੰ ਬਿਨਾਂ ਕਿਸੇ ਪਰਿਵਾਰਕ ਮੈਂਬਰ ਦੇ ਜਾਂ ਬਿਨਾਂ ਕਿਸੇ ਵਕੀਲ ਦੇ ਪੇਸ਼ ਕੀਤਾ ਗਿਆ। ਉਹਨਾਂ ਦੀ ਵਕੀਲ ਸਾਹਿਬਾ ਨੇ ਇਹ ਚੀਜ਼ ਸਾਨੂੰ ਦੱਸੀ, ਇਸ ਦਾ ਜ਼ਿਕਰ ਕੀਤਾ। ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਜਿਹੜਾ ਦੀਨ ਦੁਖੀਆਂ ਦਾ ਸਹਾਰਾ ਹੁੰਦਾ ਉਹਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਤੇ ਉਹਦਾ ਵਕੀਲ ਵੀ ਉਹ ਪਰਮਾਤਮਾ, ਤੇ ਜਿਹੜੇ ਜੱਜ ਸਾਹਿਬ ਬੈਠੇ ਨੇ ਉਹਨਾਂ ਦੇ ਵਿੱਚ ਵੀ ਪਰਮਾਤਮਾ ਨੇ ਵਾਸ ਕਰਕੇ ਵੇਖੋ ਨਾ ਅੱਜ ਕਿੰਨਾ ਇੱਕ ਮਨ ਨੂੰ ਸਕੂਨ ਹੈ ਕਿ ਜਿਹੜੀ ਪਹਿਲੇ ਦਿਨ ਦੀ ਗੱਲ ਸੀ ਉਸ ਦਿਨ ਬੜਾ ਇੱਕ ਰੋਸ ਸੀ ਸਾਨੂੰ ਪ੍ਰਸ਼ਾਸਨ ਤੇ ਵੀ ਤੇ ਅਦਾਲਤਾਂ ਤੇ ਵੀ ਲੱਗ ਰਿਹਾ ਸੀ, ਲੇਕਿਨ ਅੱਜ ਅਸੀਂ ਪ੍ਰਸ਼ਾਸਨ ਤੇ ਵੀ ਮਤਲਬ ਸਾਨੂੰ ਸਕੂਨ ਹੈ ਤੇ ਅਦਾਲਤਾਂ ਤੇ ਵੀ ਬਹੁਤ ਸਕੂਨ ਹੈ ਕਿ ਅੱਜ ਬੜੀ ਇੱਕ ਮਨ ਨੂੰ ਹੌਸਲਾ ਮਿਲੀ ਹੈ, ਪਰਿਵਾਰ ਨੂੰ ਹੌਸਲਾ ਮਿਲਿਆ। ਸਾਡੇ ਭੈਣ ਜੀ ਪਰਵਾਨਾ ਜੀ ਦੇ ਮਿਸੀ ਜਿਹੜੇ ਆਏ ਨੇ ਉਹਨਾਂ ਦੇ ਘਰੋਂ, ਉਹਨਾਂ ਨੂੰ ਵੀ ਬੜੀ ਇੱਕ ਖੁਸ਼ੀ ਹੈ ਕਿ ਸਾਨੂੰ ਬਿਲਕੁਲ ਇਨਸਾਫ ਮਿਲ ਰਿਹਾ ਤੇ ਲੱਗ ਰਿਹਾ ਵੀ ਅਗਲਾ ਜਿਹੜੀ 2 ਦਿਨ ਦੀ ਹੁਣ ਅੱਗੇ ਤਰੀਕ ਪਈ 16 ਤਰੀਕ ਪਈ ਹੈ, 16 ਤਰੀਕ ਨੂੰ ਵੀ ਸਾਨੂੰ ਇਨਸਾਫ ਮਿਲੇਗਾ। ਹੋ ਸਕਦਾ ਉਹ ਜ਼ਮਾਨਤ ਕਰਾ ਕੇ ਰਿਹਾ ਹੋ ਕੇ ਆਪਣੇ ਬੱਚਿਆਂ ਦੇ ਵਿੱਚ ਜਾਣ ਖੁਸ਼ੀ ਨਾਲ। ਸਾਨੂੰ ਬੜੀ ਖੁਸ਼ੀ ਹੈ, ਅਸੀਂ ਉਸ ਚੀਜ਼ ਨੂੰ ਅਗਰ ਪ੍ਰਸ਼ਾਸਨ ਸਾਨੂੰ ਸਾਥ ਦਿੰਦਾ, ਅਦਾਲਤਾਂ ਸਾਨੂੰ ਸਾਥ ਦਿੰਦੀਆਂ, ਅਸੀਂ ਸ਼ਲਾਘਾ ਕਰਦੇ ਹਾਂ। ਨਵਤੇਜ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਜਦੋਂ ਕੇਸ ਲੜਨਾ ਹੁੰਦਾ ਤੇ ਫਾਈਨਾਂਸ ਦੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਇੱਕ ਮਾਤੜ ਜਿਹੜਾ ਇਨਸਾਨ ਹੁੰਦਾ ਹੈ ਪੈਸੇ ਪੱਖੋਂ ਜਿਹੜੇ ਅਦਾਲਤੀ ਦਾਪੇਸ਼ ਨੇ ਉਹਨਾਂ ਦੇ ਵਿੱਚ ਬਹੁਤ ਉਲਝ ਜਾਂਦਾ ਹੈ, ਸੌਖਾ ਨਹੀਂ ਹੁੰਦਾ ਉਹਦੇ ਲਈ ਲੜਨਾ। ਤੇ ਫਾਈਨਾਂਸ਼ੀਅਲ ਕ੍ਰਾਈਸਿਸ ਨੂੰ ਫੈਮਿਲੀ ਹਾਂ ਤੁਹਾਨੂੰ, ਕਿਉਂਕਿ ਸਾਡੇ ਬੜੇ ਅਜ਼ੀਜ਼ ਰਮਨ ਵੀਰ ਜੀ ਨੇ, ਐਡਵੋਕੇਟ ਨੇ ਹਾਈ ਕੋਰਟ ਦੇ ਸੀਨੀਅਰ, ਔਰ ਹੁਣ ਇਹ ਖਰੜ ਦੇ ਵਿੱਚ ਬਾਬਾ ਜੀ ਹੁਣਾਂ ਦਾ ਕੇਸ ਜਿਹੜਾ ਸਾਰਾ ਇਹ ਪਹਿਲੇ ਦਿਨ ਤੋਂ ਹੀ ਕਰ ਰਹੇ ਨੇ। ਜਿੱਦਣ ਉਹਨਾਂ ਦੀ ਗ੍ਰਿਫਤਾਰੀ ਹੋਈ ਉਦੋਂ ਵੀ ਸਭ ਤੋਂ ਪਹਿਲਾਂ ਇਹੀ ਪਹੁੰਚੇ ਸੀਗੇ, ਕਿਉਂਕਿ ਅਸੀਂ ਤਾਂ ਆ ਨਹੀਂ ਸਕੇ ਬਟਾਲੇ ਤੋਂ, ਪਰ ਅਸੀਂ ਇਹਨਾਂ ਨੂੰ ਫੋਨ ਕਰ ਦਿੱਤਾ ਸੀ। ਤੇ ਇਹ ਬੜੇ ਨੇਕ ਇਨਸਾਨ ਨੇ। ਹੋਰ ਵੀ ਵਕੀਲਾਂ ਬਾਰੇ ਪਤਾ ਲੱਗਾ ਹੈ ਕਿ ਕੁਝ ਜਥੇਬੰਦੀਆਂ ਵੱਲੋਂ ਅਪੁਆਇੰਟ ਕੀਤੇ ਗਏ ਨੇ, ਔਰ ਰਮਨ ਵੀਰ ਜੀ ਵੀ ਇਹਨਾਂ ਕਦੇ ਵੀ ਸਾਨੂੰ ਪੈਸੇ ਦੀ ਕਦੇ ਵੀ ਇਹਨਾਂ ਕੋਈ ਗੱਲ ਨਹੀਂ ਕੀਤੀ। ਹਮੇਸ਼ਾ ਜਦੋਂ ਕਿਤੇ ਕੋਈ ਧੱਕਾ ਹੁੰਦਾ ਵਾ ਤੇ ਇਹ ਹਮੇਸ਼ਾ ਸਾਡੀ ਸੰਸਥਾ ਨਾਲ ਵੀ ਜੁੜੇ ਹੋਏ ਨੇ। ਜਿਹੜਾ ਬਟਾਲਾ ਵਿਖੇ ਅਸੀਂ ਹਸਪੀਟਲ ਚਲਾ ਰਹੇ ਹਾਂ, ਪੰਜਾਬ ਦਾ ਸਭ ਤੋਂ ਬੈਸਟ ਚੈਰੀਟੇਬਲ ਹਸਪੀਟਲ ਆ ਬਟਾਲਾ ਵਿਖੇ, ਔਰ ਉਹ ਹਸਪੀਟਲ ਦਾ ਸਾਡਾ ਜਿਹੜਾ ਇੱਕ ਸੰਸਥਾ ਬਣੀ ਹੋਈ ਆ, ਉਹਦੇ ਵੀ ਮੈਂਬਰ ਨੇ ਵਕੀਲ ਸਾਹਿਬ, ਔਰ ਇਹਨਾਂ ਵੱਲੋਂ ਅੱਜ ਵੀ 15 ਮਿੰਟ ਬਹਿਸ ਕੀਤੀ ਗਈ ਆ ਤੇ ਕੋਈ ਫਾਈਨੈਂਸ਼ਲੀ ਕੋਈ ਇੱਦਾਂ ਦੀ ਦਿੱਕਤ ਨਹੀਂ ਗਈ। ਸੰਗਤ ਨਾਲ ਵਕੀਲ ਸਾਹਿਬ ਕੇਸ ਆਪਣੇ ਵੱਲੋਂ ਫ੍ਰੀ ਆਫ ਕਾਸਟ ਲੜ ਰਹੇ ਨੇ। ਅਗਰ ਕਿਤੇ ਸਾਨੂੰ ਜ਼ਰੂਰਤ ਪਏਗੀ ਵੀ ਹੋਰ ਵੀ ਅਗਰ ਕਿਤੇ ਅੱਗੇ ਵੀ ਜਾਣ ਦੀ ਹਾਈ ਕੋਰਟ ਸੁਪਰੀਮ ਕੋਰਟ ਤੇ ਫਿਰ ਚਲੋ ਗਾਂ ਦੇਖਾਂਗੇ ਆਪਾਂ, ਤੇ ਕੋਈ ਗੱਲ ਨਹੀਂ, ਸੰਗਤ ਸਾਰੇ ਲੋਕ ਨਾਲ ਨੇ। ਔਰ ਅੱਜ ਤੁਸੀਂ ਇਹ ਵਕੀਲ ਸਾਹਿਬ ਤੁਹਾਨੂੰ ਦੱਸ ਦੇਣਗੇ ਕਿ ਕਿਹੜੀਆਂ ਧਾਰਾਵਾਂ 'ਚ ਅੱਜ ਵਾਧਾ ਤੇ ਕੀ ਅੱਜ ਕੋਰਟ ਦੀ ਜਸ। ਮੈਂ ਵਕੀਲ ਸਾਹਿਬ ਤੋਂ ਵੀ ਜਾਣਨਾ ਚਾਹਾਂਗੀ ਕਿ ਤੁਸੀਂ ਉਹਨਾਂ ਦਾ ਕੇਸ ਹੈਂਡਲ ਕਰ ਰਹੇ ਹੋ ਔਰ ਕਿਹੜੀ ਜਿਹੜੀ ਧਾਰਾਵਾਂ ਨੇ ਵਾਧਾ ਕੀਤਾ ਗਿਆ, ਕਿਹੜੀ ਧਾਰਾਵਾਂ ਲਗਾਈਆਂ ਗਈਆਂ ਨੇ, ਔਰ ਇਸ ਕੇਸ ਤੋਂ ਕੀ ਲੱਗਦਾ ਹੈ ਕਿ ਇਨਸਾਫ ਮਿਲੇਗਾ, ਜ਼ਮਾਨਤ ਦੇ ਰਸਤੇ ਖੁੱਲਣਗੇ ਜਾਂ ਨਹੀਂ? ਜਿਹੜੇ ਮੋਸਟਲੀ ਜਿਹੜੇ ਆਫੈਂਸਿਸ ਹੈ ਉਹ ਟ੍ਰਾਈਬਲ ਬਾਏ ਮੈਜਿਸਟ੍ਰੇਟ ਨੇ ਕਿ ਜਿਹੜੀ 7 ਸਾਲ ਤੋਂ ਘੱਟ ਵਾਲੀ ਜਿਹੜੀਆਂ ਧਾਰਾਵਾਂ ਹੈ ਸਾਰੀਆਂ 7 ਸਾਲ ਤੋਂ ਸਜ਼ਾ ਘੱਟ ਵਾਲੀਆਂ ਨੇ। ਜਿਹੜਾ ਪਿਛਲੀ ਵਾਰ 8 ਤਰੀਕ ਨੂੰ ਰਿਮਾਂਡ ਪਾਸ ਹੋਇਆ ਸੀ ਉਹ 5 ਦਿਨ ਦਾ ਰਿਮਾਂਡ ਮਿਲਿਆ ਸੀ ਪੁਲਿਸ ਨੂੰ। ਕਿਹੜੀ ਰਿਕਵਰੀ ਕਰਨੀ ਹੈ, ਜੋ ਕੁਝ ਕਰਨਾ ਉਹ 5 ਦਿਨ ਦੇ ਵਿੱਚ ਕੀਤਾ ਜਾਵੇ ਤੇ ਜਿਹੜੀ ਰਿਪੋਰਟਸ ਹੈ, ਜਿਹੜੀ ਲੈਬ ਰਿਪੋਰਟਸ ਆਣੀ ਹੈ, ਮੋਬਾਈਲ ਫੋਨਸ ਦੀ ਜਿਹੜੀ ਰਿਕਵਰੀ ਉਹ ਸਾਰੀ ਫਾਈਨਲ ਕੀਤੀ ਜਾਵੇ। ਅੱਜ ਫਿਰ ਉਹਨਾਂ ਨੇ ਦੁਬਾਰਾ ਇਹੀ ਦਲੀਲ ਰੱਖੀ ਕਿ ਸਾਨੂੰ ਫਰਦਰ ਰਿਮਾਂਡ ਚਾਹੀਦਾ ਹੈ, ਜਦ ਕਿ ਜਿਹੜੇ ਜੱਜ ਸਾਹਿਬ ਨੇ ਮਾਨਯੋਗ ਅਦਾਲਤ ਨੇ ਰਿਮਾਂਡ ਸੀ ਜਿਹੜਾ ਉਹ ਖਾਰਿਜ ਕਰਕੇ ਦਵਿੰਦਰ ਸਿੰਘ ਨੂੰ ਜੁਡੀਸ਼ੀਅਲ ਕਸਟਡੀ ਕਰ ਦਿੱਤਾ। ਭਾਈ ਸਾਹਿਬ ਜਿਹੜੇ ਬਰਜਿੰਦਰ ਸਿੰਘ ਪਰਵਾਨਾ ਜੀ ਉਹਨਾਂ ਨੂੰ 2 ਦਿਨ ਦਾ ਫਰਦਰ ਰਿਮਾਂਡ ਦਿੱਤਾ ਕਿ ਜਿਹੜੇ ਉਹਨਾਂ ਦੇ 52 ਕਾਰਤੂਸ ਨੇ ਜਿਹੜੇ ਲਾਇਸੈਂਸਡ ਵੈਪਨ ਨੇ ਉਹਨਾਂ ਦੀ ਅਜੇ ਰਿਕਵਰੀ ਜਿਹੜੀ ਹੈਗੀ ਹੈ ਉਹ ਬਾਕੀ ਹੈਗੀ ਹੈ। ਸੈਕਸ਼ਨ ਜਿਹੜਾ ਹੈਗਾ 25 ਸਬ ਕਲੌਜ਼ B ਜਿਹੜੀ ਐਡੀਸ਼ਨ ਹੈ ਉਹ ਜਿਹੜੇ ਵੈਪਨਸ ਨੇ ਜਿਹੜੇ ਪਹਿਲਾਂ ਹੀ ਲਾਇਸੈਂਸ ਨੇ ਉਹਦੇ ਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ। ਇਹਨਾਂ ਧਾਰਾਵਾਂ ਦੇ ਤਹਿਤ ਜ਼ਮਾਨਤ ਦਾ ਰਸਤਾ ਕਿੰਨਾ ਕੁ ਆਸਾਨ ਹੈ, ਕਿੰਨੀ ਕੁ ਸੌਖੀ ਮਿਲ ਜਾਂਦੀ ਹੈ ਜ਼ਮਾਨਤ, ਜਾਂ ਕਿੰਨਾ ਕੁ ਜਿਹੜਾ ਹੈ ਗੁੰਝਲਦਾਰ ਪ੍ਰਕਿਰਿਆ ਜ਼ਮਾਨਤ? ਨਹੀਂ, ਜ਼ਮਾਨਤ ਹੈ ਜਿਹੜੀ ਉਹ ਸੌਖੀ ਪ੍ਰਕਿਰਿਆ ਹੀ ਬਿਲਕੁਲ, ਜਦ ਤੱਕ ਇਹ ਬੇਲੇਬਲ ਆਫੈਂਸਿਸ ਲੱਗੇ ਨੇ। ਅੱਜ ਜਿਹੜੀ ਐਡੀਸ਼ਨ ਦੀ ਗੱਲ ਕੀਤੀ ਉਹ ਵੀ ਕੋਈ ਜਿਹੜੇ ਧਾਰਾ ਜਿਹੜੀ ਅੱਜ ਐਡੀਸ਼ਨ ਕੀਤੀ ਗਈ ਉਹ ਵੀ ਕੁਝ ਜ਼ਿਆਦਾ ਖਤਰਨਾਕ ਧਾਰਾ ਨਹੀਂ ਸੀਗੀਆਂ। UAP ਵਾਲੀ ਐਕਟ ਵਾਲੀ ਅੱਜ ਕੋਈ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੋਈ ਉੱਥੇ। ਪਿਸਟਲ ਦੀ ਰਿਕਵਰੀ ਹੋ ਗਈ, ਲੌਗ ਬੁੱਕਸ ਦੀ ਹੋ ਗਈ ਹੈ, ਚੈੱਕ ਬੁੱਕਸ ਦੀ ਹੋ ਗਈ, ATM ਇਹਨਾਂ ਦੇ ਘਰੋਂ ਰਿਕਵਰ ਕੀਤੇ ਗਏ ਨੇ, ਜਿਹੜੀਆਂ ਗੱਡੀਆਂ ਸੀ ਉਹ ਵੀ ਇਹਨਾਂ ਦੇ ਘਰੋਂ ਜਾ ਕੇ ਜਿਹੜਾ ਇਨਸੀਡੈਂਟ ਨਰੇਟ ਕਰਦੇ ਨੇ, ਜਿਹੜਾ ਕੇਸ ਬਣਾਇਆ ਗਿਆ
ਉਹ ਪਿਛਲੀ 6 ਜੂਨ ਦੀ ਗੱਲ ਕਰਦੇ ਨੇ ਕਿ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਭਾਈ ਸਾਹਿਬ ਵੱਲੋਂ, ਪਰ ਜਿਹੜੀ ਐਫਆਈਆਰ ਦੇ ਵਿੱਚ ਡੇਟ ਆਫ ਅਕਰੈਂਸ ਹੈ ਉਹ 8 ਜੁਲਾਈ ਕੀਤੀ ਜਾਂਦੀ ਹੈ। ਇਸ ਗੱਲ ਤੇ ਜਿਹੜਾ ਫਾਲਸ ਐਲੀਗੇਸ਼ਨ ਉਹ ਕੋਰਟ ਨੇ ਅੱਜ ਕੰਸੀਡਰ ਕੀਤਾ ਹੈ ਉਹਨੂੰ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਹ ਸਨ ਬਰਜਿੰਦਰ ਸਿੰਘ ਪਰਵਾਨਾ ਦੇ ਵਕੀਲ। ਪਹਿਲਾਂ ਵੀ ਅਸੀਂ ਪਵਰੀਤ ਕੌਰ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਸਮਾਜਿਕ ਜਿਹੜੀਆਂ ਜਥੇਬੰਦੀਆਂ ਨੇ, ਵਾਰ-ਵਾਰ ਸਿੱਖ ਜਥੇਬੰਦੀਆਂ ਨੇ, ਉਹਨਾਂ ਦਾ ਸਾਥ ਪਰਵਾਨਾ ਜੀ ਦੇ ਪਰਿਵਾਰ ਨੂੰ ਮਿਲ ਰਿਹਾ ਹੈ ਔਰ ਲਗਾਤਾਰ ਮਦਦ ਲਈ ਅੱਗੇ ਆ ਰਹੇ ਨੇ। ਔਰ ਅਸੀਂ ਕਾਨੂੰਨੀ ਦਾਅਵੇ 'ਚ ਜਾਣੇ ਨੇ ਇਸ ਕੇਸ ਦੇ ਨਾਲ ਜੁੜੇ ਹੋਏ ਕਿ ਜ਼ਮਾਨਤ ਦੀ ਪ੍ਰਕਿਰਿਆ ਜਿਹੜੀ ਹੈ ਕਿੰਨੀ ਕੁ ਸੌਖੀ ਹੈ। ਇਹਨਾਂ ਕੇਸਾਂ ਦੇ ਰਾਹੀਂ ਉਹਨਾਂ ਦੱਸਿਆ ਕਿ ਜੋ ਧਾਰਾਵਾਂ ਬਰਜਿੰਦਰ ਸਿੰਘ ਪਰਵਾਨਾ ਤੇ ਲਗਾਈਆਂ ਗਈਆਂ ਨੇ ਉਹਨਾਂ ਦੇ ਰਾਹੀਂ ਜ਼ਮਾਨਤ ਦਾ ਰਸਤਾ ਬਹੁਤ ਆਸਾਨ ਹੈ। ਕੋਈ ਪੇਚੀਦਾ, ਕੋਈ ਗੁੰਝਲਦਾਰ ਪ੍ਰਕਿਰਿਆ ਨਹੀਂ ਹੈ। ਇੱਕ ਵੀਡੀਓ ਦੇ ਆਧਾਰ ਦੇ ਉੱਤੇ ਬਰਜਿੰਦਰ ਸਿੰਘ ਪਰਵਾਨਾ ਤੇ ਜਿਹੜੀ ਫਿਰਕੂ ਪ੍ਰਸਤੀ ਭਾਵਨਾਵਾਂ ਭੜਕਾਉਣ ਦੀ ਕਾਰਵਾਈ ਦੇ ਤਹਿਤ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਅੱਗੇ 16 ਤਰੀਕ ਨੂੰ ਹੁਣ ਉਹਨਾਂ ਦਾ ਅਗਲੀ ਪੇਸ਼ੀ ਜਿਹੜੀ ਹੋਏਗੀ। 2 ਦਿਨਾਂ ਦਾ ਹੋਰ ਰਿਮਾਂਡ ਹੈ, ਉਸ ਦੇ ਵਿੱਚ ਵਾਧਾ ਕੀਤਾ ਗਿਆ ਔਰ ਇਸ ਕੇਸ ਦੇ ਨਾਲ ਜੁੜੇ ਵੱਖ-ਵੱਖ ਪਹਿਲੂ ਤੁਹਾਡੇ ਤੱਕ ਸਾਂਝੇ ਕਰਦੇ ਰਵਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।